ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਰੌਣਕੀ ਰਾਮ ਜੀ ਮੌਜੂਦ ਨੇ। ਗੱਲਬਾਤ ਦਾ ਵਿਸ਼ਾ ਇਹ ਰਹੇਗਾ ਕਿ ਸਰਕਾਰ ਤਾਂ ਜਿਹਦੀ ਮਰਜ਼ੀ ਬਣ ਜੇ, ਸਰਕਾਰ ਬਣ ਕੇ ਹੀ ਰਹਿਣੀ ਆ, ਪਰ ਇਹਦੇ ਵਿੱਚ ਇਹ ਆ ਕਿ ਮੁੱਦਿਆਂ ਤੋਂ ਸੱਖਣੀ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਹ ਲੋਕਾਂ ਦੇ ਲਈ ਉਸ ਤਰੀਕੇ ਨਾਲ ਕੰਮ ਕਰ ਸਕੇਗੀ ਜਿਸ ਤਰੀਕੇ ਨਾਲ ਲੋਕ ਚਾਹੁੰਦੇ ਨੇ। ਪਰ ਲੋਕ ਕੀ ਚਾਹੁੰਦੇ ਨੇ, ਇਹ ਵੀ ਵੱਡਾ ਸਵਾਲ ਹੈ। ਕੀ ਸਿਰਫ ਆਟਾ ਦਾਲ ਸਕੀਮ ਜਾਂ ਹੋਰ ਜਿਹੜੀਆਂ ਫ੍ਰੀ ਦੀਆਂ ਮੁਫਤ ਦੀਆਂ ਸਕੀਮਾਂ ਮਿਲਦੀਆਂ, ਸਬਸਿਡੀਆਂ ਮਿਲਦੀਆਂ, ਉਹੀ ਸਿਰਫ ਪੰਜਾਬ ਦੇ ਜਿਹੜੇ ਸਹੀ ਮੁੱਦਿਆਂ ਨੂੰ ਉਠਾਉਣਾ ਹੈ, ਜਾਂ ਫਿਰ ਪੰਜਾਬ ਦੇ ਮੁੱਦੇ ਉਹ ਨੇ ਜਿਹੜੇ ਸੈਂਟਰ ਟੂ ਸਟੇਟ ਭਾਵ ਕਿ ਕੇਂਦਰ ਦੇ ਨਾਲ ਸੂਬੇ ਦਾ ਰਿਲੇਸ਼ਨ ਕਿੱਦਾਂ ਦਾ ਹੈ, ਜਾਂ ਬਾਕੀ ਸੂਬਿਆਂ ਦੇ ਨਾਲ ਜਿਹੜੀ ਪੰਜਾਬ ਦੀ ਜਿਹੜੀ ਗੱਲਬਾਤ ਹੈ, ਪੰਜਾਬ ਦੇ ਮੁੱਦੇ ਨੇ, ਉਹਨਾਂ ਦੇ ਹੱਲ ਕਿਸ ਤਰ੍ਹਾਂ ਹੋਣੇ ਨੇ। ਇਹ ਲੋਕਾਂ ਨੂੰ, ਜਿਹੜੇ ਬਹੁਤ ਗਿਣਤੀ ਮੇਰੇ ਖਿਆਲ ਦੇ ਵਿੱਚ ਲੋਕ ਨੇ ਜਿਹੜੇ ਸਿਆਸਤ ਨੂੰ ਬਹੁਤਾ ਨਹੀਂ ਸਮਝਦੇ, ਉਹਨਾਂ ਦੇ ਲਈ ਇੱਕ ਨਵੇਂ ਤਰੀਕੇ ਦੀ ਗੱਲ ਹੋਏਗੀ। ਕਿਉਂਕਿ ਉਹਨਾਂ ਨੂੰ ਜੇ ਇਸ ਗੱਲ ਤੱਕ ਸਿਰਫ ਸੀਮਤ ਹੋ ਰਹਿੰਦੇ ਨੇ ਕਿ ਸਾਨੂੰ ਆਟਾ ਦਾਲ ਤੱਕ ਮਿਲ ਜੇ ਜਾਂ ਸਾਨੂੰ ਸਰਕਾਰ ਆ ਦੇ ਦੇ, ਸਰਕਾਰ ਤੋਂ ਜਿੰਨਾ ਮਤਲਬ ਐ ਕਹਿ ਲਓ ਕਿ ਸਰਕਾਰੀ ਸਕੀਮਾਂ ਲੈ ਲਈਆਂ ਜਾਣ ਤਾਂ ਉਹ ਸਾਡੇ ਲਈ ਬਿਹਤਰ ਹੋਣਗੀਆਂ, ਬਜਾਏ ਇਸ ਦੇ ਕਿ ਇਹ ਸੋਚਿਆ ਜਾਏ ਕਿ ਜੇ ਮੰਨ ਲਓ ਕਿ ਕੱਲ ਨੂੰ ਕੋਈ ਇਹੋ ਜਿਹੀ ਸਰਕਾਰ ਆ ਜਾਂਦੀ ਹੈ ਜਿਹੜੀ ਸਾਰੇ ਕੇਂਦਰ ਨੂੰ ਹੱਥ ਵੱਢ ਕੇ ਆਪਣੇ ਦੇ ਦੇ, ਤੇ ਉਸ ਤੋਂ ਬਾਅਦ ਫਿਰ ਅਗਲੀਆਂ ਸਰਕਾਰਾਂ ਉਹਦੇ ਤੇ ਜਿਹੜਾ ਜਦੋਜਹਿਦ ਕਰਦੀਆਂ ਰਹਿਣਗੀਆਂ ਕਿ ਸਾਡੇ ਹੱਕ ਜਿਹੜੇ ਨੇ ਉਹ ਕੇਂਦਰ ਦੇ ਖੋਲੇ ਸੀ, ਫਲਾਣੀ ਸਰਕਾਰ ਕਰ ਗਈ ਸੀਗੀ, ਪਿਛਲਿਆਂ ਨੇ ਕਰਤਾ, ਹੁਣ ਸਾਨੂੰ ਭੁਗਤਣਾ ਪੈ ਰਿਹਾ। ਉਹੀ ਜਿਹੜਾ ਕੁਝ ਚੰਡੀਗੜ੍ਹ ਦੇ ਮਾਮਲੇ ਦੇ ਵਿੱਚ ਅੱਜ ਅਸੀਂ ਸਾਰੇ ਸੁਣ ਰਹੇ ਹਾਂ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਧੰਨਵਾਦ, ਸ਼ੁਕਰੀਆ। ਪ੍ਰੋਫੈਸਰ, ਜਦੋਂ ਅਸੀਂ ਮੁੱਦਿਆਂ ਤੋਂ ਸੱਖਣੀ ਸਿਆਸਤ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਰਵਿੰਦਰ, ਸਾਨੂੰ ਸਾਡੇ ਸਾਹਮਣੇ ਹੁਣੇ ਜੇ ਇਲੈਕਸ਼ਨ ਹੋ ਕੇ ਹਟੀ ਆ, ਔਰ ਉਸ ਇਲੈਕਸ਼ਨ ਤੋਂ ਪਹਿਲਾਂ ਕਾਫੀ ਸਮੇਂ ਚੋਣ ਜਾਬਤਾ ਲੱਗਿਆ। ਉਸ ਤੋਂ ਵੀ ਪਹਿਲਾਂ, ਚੋਣ ਜਾਬਤੇ ਤੋਂ ਵੀ ਪਹਿਲਾਂ ਬਹੁਤ ਜ਼ਿਆਦਾ ਕਲੇਸ਼ ਸੀਗਾ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਅੰਦਰ ਕੋਈ ਸਹਿਮਤੀ ਬਣੇ ਸੀਐਮ ਦੇ ਫੇਸ ਵਾਸਤੇ। ਉਸ ਤੋਂ ਪਹਿਲਾਂ ਬੜਾ ਰੌਲਾ ਸੀਗਾ ਕਿ ਕੈਪਟਨ ਸਾਹਿਬ ਰਹਿਣਗੇ ਕੁਰਸੀ ਤੱਕ ਨਹੀਂ ਰਹਿਣਗੇ। ਇਸ ਤਰ੍ਹਾਂ ਹੀ ਬਾਕੀ ਪਾਰਟੀਆਂ ਦੇ ਆਪਣੇ ਨਾਲ ਜਿਹੜੇ ਅੰਦਰ ਖਾਤੇ ਗੱਲਾਂ ਬਾਤਾਂ ਚੱਲਦੀਆਂ ਸੀਗੀਆਂ ਉਹਦੇ ਬਾਰੇ, ਕਿਉਂਕਿ ਕੋਈ ਜ਼ਿਆਦਾ ਡਿਬੇਟ ਨਹੀਂ ਸੀਗੀ ਵਿਦਨ ਦਾ ਸ਼੍ਰੋਮਣੀ ਅਕਾਲੀ ਦਲ, ਉਹ ਕਹਿ ਰਿਹਾ ਕਿ ਉਹਨਾਂ ਦਾ ਫਲੌਕ ਟੁਗੈਦਰ ਹੈ, ਉਹਦੇ ਚ ਅੰਦਰੋਂ ਕਿਸ ਤਰ੍ਹਾਂ ਦੀ ਵੀ ਕੋਈ ਬਾਹਰ ਕੋਈ ਖਬਰ ਨਹੀਂ ਆਈ ਕਿ ਅੰਦਰ ਕੀ ਉਹਨਾਂ ਦੇ ਚੱਲ ਰਿਹਾ। ਲੇਕਿਨ ਉਹਨਾਂ ਨੇ ਵੀ ਬੇਸ਼ੱਕ ਅੰਦਰੂਨੀ ਤੌਰ ਦੇ ਉੱਤੇ ਉਹਨਾਂ ਦੀ ਆਪਸੀ ਇੱਕ ਤਰ੍ਹਾਂ ਨਾਲ ਦਿੱਖ ਬਣ ਰਹੀ ਸੀ ਕਿ ਉਹ ਬਿਲਕੁਲ ਇਕੱਠੇ ਨੇ, ਇਹਨਾਂ ਦੀ ਇੱਕ ਮੁੱਠ ਨੇ। ਉਹਨਾਂ ਨੇ ਤਾਂ ਨਾ ਜਿਹਨਾਂ ਦੇ ਅੰਦਰ ਕਾਫੀ ਖਲਜਗਣ ਪਿਆ ਹੋਇਆ ਸੀਗਾ, ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਸਾਡੇ ਸਾਹਮਣੇ ਠੋਸ ਮੁੱਦਿਆਂ ਨੂੰ ਲੈ ਕੇ ਰਾਜਨੀਤੀ ਦੀ ਪਿੜ ਵਿੱਚ ਉਹਨਾਂ ਦਾ ਕੋਈ ਆਗਾਜ਼ ਨਹੀਂ ਹੋਇਆ। ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ, ਉਹਨਾਂ ਦੀ ਮੈਨੀਫੈਸਟੋ ਸਾਡੇ ਸਾਹਮਣੇ ਕਿਹੜੇ ਮੁੱਦੇ ਨੇ, ਕੌਣ ਉਹਨਾਂ ਮੁੱਦਿਆਂ ਦੇ ਉੱਤੇ ਕੋਈ ਪਹਿਲਾਂ ਦੇਣ ਵਾਸਤੇ ਕਿਹੜੀ ਪਾਲਿਸੀ ਬਣੀ ਆ, ਇਸ ਤਰ੍ਹਾਂ ਦਾ ਕੋਈ ਨਹੀਂ ਆਇਆ। ਤਾਂ ਇਸ ਕਰਕੇ ਇਹਦੇ 'ਚ ਕਹਿਣਾ ਕੋਈ ਕਥਨ ਨਹੀਂ ਹੋਏਗਾ ਕਿ ਇਲੈਕਸ਼ਨ ਮੁੱਦਿਆਂ ਤੋਂ ਬਿਨਾਂ ਲੜੇ ਗਏ, ਮੁੱਦੇ ਨਹੀਂ ਵਿੱਚ ਇਲੈਕਸ਼ਨ ਦੇ ਲਿਆਂਦੇ ਗਏ। ਮੁੱਦੇ ਜੋ ਲੋਕਾਂ ਦੇ ਸਮੱਸਿਆਵਾਂ ਸੀਗੀਆਂ, ਪੋਲੀਟੀਕਲ ਪਾਰਟੀ ਦਾ ਫਰਜ਼ ਹੁੰਦਾ ਉਹਨਾਂ ਸਾਰੀਆਂ ਸਮੱਸਿਆ ਨੂੰ ਅੱਛੀ ਤਰ੍ਹਾਂ ਸਮਝ ਕੇ ਉਹਨਾਂ ਦੇ ਵੱਖ-ਵੱਖ ਵਿਚਾਰਾਂ ਨੂੰ ਇਕੱਠੇ ਕਰਕੇ ਉਹਨਾਂ ਦਾ ਨਿਚੋੜ ਕੱਢ ਕੇ ਇੱਕ ਬਿੰਦੂ ਤੇ ਆ ਕੇ ਉਸ ਮੁੱਦੇ ਨੂੰ ਚਮਕਾ ਕੇ ਅੱਗੇ ਲਿਆਉਣਾ ਪੈਂਦਾ ਹੈ। ਉਹ ਜਿਹੜੇ ਮੁੱਦੇ ਸੀ, ਕੀ ਪੰਜਾਬ ਦੇ ਵਾਤਾਵਰਨ ਨਾਲ ਜੁੜਿਆ ਕੋਈ ਮੁੱਦਾ ਹੈ ਨਹੀਂਗਾ? ਕੀ ਪੰਜਾਬ ਦੇ ਪਾਣੀਆਂ ਦੇ ਨਾਲ ਜੁੜਿਆ ਹੋਇਆ ਮੁੱਦਾ ਕੋਈ ਨਹੀਂ ਹੈਗਾ? ਪੰਜਾਬ ਦੇ ਬੇਰੁਜ਼ਗਾਰੀ ਦਾ ਮੁੱਦਾ ਨਹੀਂ ਹੈਗਾ? ਪੰਜਾਬ ਦੇ ਵਿੱਚ ਡਰੱਗ ਨੂੰ ਲੈ ਕੇ ਕੀ ਸਭ ਕੁਝ ਸ਼ਾਂਤ ਹੋ ਚੁੱਕਾ ਹੈਗਾ? ਕਿ ਪੰਜਾਬ ਦੇ ਵਿੱਚ ਅਸੀਂ ਇਹ ਬਾਰ-ਬਾਰ ਦੇਖਦੇ ਹਾਂ ਵਿਦਿਆਰਥੀਆਂ ਦਾ ਰੁਖ ਜਿਹੜਾ ਹੈਗਾ ਉਹ ਬਾਹਰ ਤਰਫੀ ਹੋ ਗਿਆ ਤੇ ਪਿੰਡਾਂ ਚੋਂ ਸ਼ਹਿਰ ਤਰਫੀ ਹੋ ਗਿਆ। ਪਿੰਡ ਵੀਰਾਨ ਹੁੰਦੇ ਜਾ ਰਹੇ ਆ, ਜਿਹੜੇ ਕਿ ਕਿਸੇ ਵੇਲੇ ਹੁਣ ਵੀ 70% ਲੋਕ ਪਿੰਡਾਂ 'ਚ ਰਹਿੰਦੇ ਨੇ, ਥੋੜਾ ਘੱਟ ਕਰ ਲਓ, ਹੁਣ ਵੀ ਦੇਸ਼ ਦੀ, ਭਾਰਤ ਦੀ ਰੂਹ ਪਿੰਡਾਂ 'ਚ ਆ। ਤਾਂ ਅਸੀਂ ਪਿੰਡਾਂ ਦੇ ਉੱਤੇ ਕੋਈ ਸਾਡੀ ਜੋਰ ਲੱਗਾ ਹੋਇਆ ਕਿ ਪਿੰਡਾਂ 'ਚੋਂ ਕਿਵੇਂ ਲੋਕਾਂ ਨੂੰ ਮੂਵ ਕਰਕੇ ਸ਼ਹਿਰਾਂ 'ਚ ਪਹੁੰਚਾਉਣਾ ਹੈਗਾ, ਸ਼ਹਿਰਾਂ ਦੇ ਵਿੱਚ ਜਾ ਕੇ ਉੱਥੇ ਕਿਹੜਾ ਰੁਜ਼ਗਾਰ ਹੈਗਾ, ਕਿਸ ਤਰ੍ਹਾਂ ਦਾ ਸਾਨੂੰ ਉੱਥੇ ਸਾਧਨ ਮਿਲੇਗਾ। ਇਹਦੇ ਬਾਰੇ ਬਹੁਤ ਤਫਸੀਲ ਦੇ ਨਾਲ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਿੱਚ ਇੱਕ ਚਰਚਾ ਹੋਣਾ
ਮੰਨਦਾ ਹੈ। ਉਹਨੇ ਪਾਰਟੀਆਂ ਦੀ ਚਰਚਾ ਨਹੀਂ ਹੋਈ। ਚਰਚਾ ਇਸ ਗੱਲ ਤੇ ਹੋ ਗਈ ਕਿ ਪੰਜਾਬ ਦਾ ਡਿਪਟੀ ਸੀਐਮ ਸ਼ਡਿਊਲਡ ਕਾਸਟ ਹੋਏਗਾ ਜਾਂ ਪੰਜਾਬ ਦਾ ਸੀਐਮ ਉਹ ਸ਼ਡਿਊਲਡ ਕਾਸਟ ਹੋਏਗਾ। ਬਹੁਤ ਵਧੀਆ ਮੁੱਦਾ ਸੀਗਾ, ਕਿਉਂਕਿ ਤੁਸੀਂ ਪੰਜਾਬ ਦੀ ਜਿਹੜੀ ਇਹ 32% ਪਾਪੂਲੇਸ਼ਨ ਹੈਗੀ ਆ, ਤੁਸੀਂ ਉਹਨੂੰ ਉਹਦੇ ਉਥਾਨ ਦੀ ਗੱਲ ਕਰਦੇ ਆ, ਪਰ ਉਹਦੇ ਉਥਾਨ ਦੀ ਗੱਲ ਕਰਨ ਦੇ ਨਾਲ ਤੁਹਾਨੂੰ ਸਕੀਮਾਂ ਲਿਆਉਣੀਆਂ ਪੈਣੀਆਂ, ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਦੱਸਣਾ ਪੈਣਾ। ਤੁਹਾਡੀਆਂ ਸਕੂਲ ਜਿਹੜੇ ਹੈਗੇ ਆ ਪ੍ਰਾਇਮਰੀ ਤੋਂ ਲੈ ਕੇ ਮਿਡਲ ਤੱਕ, ਮਿਡਲ ਤੋਂ ਲੈ ਕੇ ਮੈਟ੍ਰਿਕ ਤੱਕ, ਮੈਟ੍ਰਿਕ ਤੋਂ ਲੈ ਕੇ +2 ਤੱਕ ਜਿਹੜੇ ਸਰਕਾਰੀ ਸਕੂਲ ਹੈ, ਉਹਦਾ ਤੁਸੀਂ ਹਾਲਾਤ ਦੇਖ ਲਓ। ਉਹਦੇ 'ਚ ਠੇਕੇ ਤੇ ਕੋਈ ਪੜ੍ਹਾ ਰਿਹਾ, ਕੋਈ ਮਤਲਬ ਕਿਸੇ ਤਰੀਕੇ ਨਾਲ ਸਾਧਨ ਪੂਰੇ ਨਹੀਂ ਹੈਗੇ। ਉਹ ਸਕੂਲਾਂ ਦੀ ਖਬਰ ਨਹੀਂ ਲਈ ਜਾ ਰਹੀ। ਪਿੰਡਾਂ ਦੇ ਵਿੱਚ ਜਿਹੜੇ ਪੁਰਾਣੇ ਦਵਾਖਾਨੇ ਸੀਗੇ, ਡਿਸਪੈਂਸਰੀਆਂ ਸੀਗੀਆਂ, ਉਹ ਕਿਤੇ ਰਹੀਆਂ ਨਹੀਂ। ਪਿੰਡਾਂ ਦੇ ਵਿੱਚ ਕਿਤੇ ਸੁਲਤਾਨਖਾਨਾ ਨਹੀਂ ਹੈਗਾ। ਪਿੰਡਾਂ ਦੇ ਵਿੱਚ ਕਿਤੇ ਵੀ ਜਗ੍ਹਾ ਦੇ ਉੱਤੇ ਤੁਸੀਂ ਵੈਟਰਨਰੀ ਹਸਪੀਟਲ ਨਹੀਂ ਹੈਗੇ। ਹੁਣ ਤੁਸੀਂ ਬਹੁਤ ਸਾਰੇ ਘੱਟ ਨੇ। ਅੱਛਾ, ਬਹੁਤ ਇਲਾਕੇ ਇਦਾਂ ਦੇ ਨੇ ਜਿੱਥੇ ਪਾਣੀ ਦੀ ਕਿੱਲਤ ਹੈਗੀ ਆ। ਸਾਨੂੰ ਸਰਕਾਰੀ ਮਹਿਕਮੇ ਦੇ ਟਿਊਬਵੈੱਲ ਲਗਾ ਕੇ ਉਹ ਪਾਣੀ ਦੀ ਵਿਵਸਥਾ ਕਰਾਉਣੀ ਆ, ਜਾਂ ਪਿੰਡਾਂ ਦੇ ਵਿੱਚ ਸੀਵਰੇਜ ਦੀ ਵਿਵਸਥਾ ਕਰਾਉਣੀ ਆ। ਇਦਾਂ ਦਾ ਕਾਰ ਕਿਸੇ ਤਰ੍ਹਾਂ ਦਾ ਵੀ ਕੋਈ ਵਿਚਾਰ ਵਟਾਂਦਰਾ ਕਿਸੇ ਪਾਰਟੀ ਦੇ ਪ੍ਰੋਗਰਾਮ ਤੋਂ ਸਾਡੇ ਸਾਹਮਣੇ ਤਾਂ ਨਹੀਂ ਆਉਂਦਾ। ਫਿਰ ਹੁੰਦਾ ਕੀ ਹੈਗਾ ਕਿ ਅਸੀਂ ਜਿਹੜੇ ਮੁੱਦੇ ਸਮਾਜ ਵਿੱਚ ਲੋਕਾਂ ਦੇ ਪਏ, ਉਹ ਮੁੱਦੇ ਥੋੜੀ ਆ। ਉਹ ਤਾਂ ਮਰਦਾ ਕੀ ਨਾ ਕਰਦਾ ਭੱਜਣ ਖਾਤਰ ਬਾਹਰ ਜਾਂਦੇ ਆ। ਬਾਹਰ ਜਾਣ ਵਾਸਤੇ, ਐਡਮਿਸ਼ਨਾਂ ਵਾਸਤੇ ਉੱਥੇ ਦੀਆਂ ਯੂਨੀਵਰਸਿਟੀਆਂ ਕਾਲਜ ਕਹਿੰਦੇ ਆ ਕਿ ਤੁਸੀਂ ਆਈਲੈਟ ਤੇ ਇੰਨੇ ਬੈਂਡ ਚਾਹੀਦੇ ਆ। ਸਾਡੇ ਬੱਚੇ ਉੱਧਰੋਂ ਤੁਰ ਪਏ, ਲੋਕਾਂ ਨੇ ਉਹ ਰੁਜ਼ਗਾਰੇ ਖੋਲ ਲਿਆ। ਕੀ ਬੰਦਾ ਕਰੇ ਹੁਣ? ਹੋਰ ਤਾਂ ਕੁਛ ਹੈ ਨਹੀਂਗਾ। ਸਕੂਲਾਂ ਦੀ JBT ਜਾਂ ਜਿਹੜੇ ਆਪਣੇ B.Ed ਹੈਗੇ ਆ, ਉਹਦੀ ਤਾਂ ਅਸੀਂ ਬਥੇਰੀਆਂ ਖੋਲ ਦਿੱਤੀਆਂ ਸ਼ੌਪਾਂ, ਜਾ ਕੇ ਵੱਡੇ ਵੱਡੇ ਕੋਰਸ ਕਰਵਾ ਦਿੱਤੇ। ਉਹਨਾਂ ਨੂੰ ਨੌਕਰੀਆਂ ਦੇਣ ਵਾਸਤੇ ਸਾਧਨ ਨਹੀਂ ਆ। ਹੁਣ ਬੱਚੇ ਕੀ ਕਰਨ? ਉਹ ਕਹਿੰਦੇ ਚਲੋ ਬੈਂਡ ਲੈ ਕੇ ਬਾਹਰ ਚੱਲ ਜਾਂਦੇ ਆ। ਬਾਹਰ ਕਿਹੜਾ ਜਾ ਕੇ ਸਿੱਖਿਆ ਲੈਣ ਦਾ ਮਕਸਦ ਆ? ਕੁਛ ਨਾ ਹੋਊਗਾ। ਜ਼ਿਆਦਾ ਤੌਰ ਤੇ ਚਲੋ ਕਿਸੇ ਬਹਾਨੇ PR ਮਿਲ ਜਾਏਗੀ। ਉਦੋਂ ਤਾਂ ਇੱਕ ਉੱਥੇ ਟੇਕ ਲੱਗੀ ਰਹਿੰਦੀ ਆ ਕਿ PR ਮਿਲ ਜਾਏਗੀ, ਸਾਨੂੰ PR ਮਿਲ ਜੂਗੀ, ਅਸੀਂ ਉੱਤੇ ਰਵਾਂਗੇ ਜਾ ਕੇ ਕੰਮ ਕਰਾਂਗੇ। ਇਹ ਜਿਹੜੇ ਸਾਰੇ ਦੇ ਨਾਲ ਨਾਲ ਫਿਰ ਮੁੱਦਾ ਬਣ ਗਿਆ ਕਿ ਉਹ ਸਰਕਾਰ ਬਹੁਤ ਚੰਗੀ ਆ, ਉਹ ਸਰਕਾਰ ਸਾਨੂੰ ਰਾਹਤ ਦੇ ਰਹੀ ਆ, ਉਹ ਪੀਲੇ ਕਾਰਡ, ਨੀਲੇ ਕਾਰਡ, ਕਿਹੜੇ ਕਾਰਡ, ਉਹ ਕਾਰਡ ਦੇ ਰਹੀ ਆ, ਕਣਕਾਂ ਇੰਨੀਆਂ ਦੇ ਰਹੀ ਆ। ਮੇਰੇ ਤੋਂ ਮਤਲਬ ਗੱਲ ਇਹ ਆ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਗੁਰਬਤ ਚੋਂ ਬਾਹਰ ਕੱਢਣ ਲਈ, ਬੇਰੁਜ਼ਗਾਰੀ ਚੋਂ ਬਾਹਰ ਕੱਢਣ ਲਈ, এনवायरमेंट ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਨੂੰ ਵਧੀਆ ਵਾਤਾਵਰਣ ਦੇਣ ਲਈ, ਚਾਹੇ ਸਾਡੇ ਕੋਲ ਕੁਝ ਬੰਦੇ ਨੇ ਜਿਹੜੇ ਸਾਡੇ ਕੋਲ ਕਾਰ ਸੇਵਾ ਵਾਲੇ ਬਾਬੇ ਨੇ, ਸੀਚੇ ਵਾਲੇ ਨੇ, ਕੁਝ ਬਾਬੇ ਖਡੂਰ ਸਾਹਿਬ ਚ ਉਹਨਾਂ ਨੇ ਬੜੇ ਦਰਖਤ ਲਗਾਏ ਨੇ, ਇਹਨਾਂ ਨੇ ਕਾਲੀ ਬਈ ਸਾਫ਼ ਕੀਤੀ ਆ। ਇਦਾਂ ਦੀਆਂ ਕੁਝ NGO ਤਾਂ ਕੋਈ ਸਾਡੇ ਧਰਮਾਰਥ ਜਿਹੜੇ ਸਥਲ ਹੈਗੇ ਆ, ਉਸ ਤੋਂ ਸਿਵਾਏ ਸਰਕਾਰ ਦਾ ਤਾਂ ਕੋਈ ਮਤਲਬ ਰੋਲ ਨਹੀਂ ਆ ਰਿਹਾ। ਬਈ ਕਿਵੇਂ ਗੱਲ ਬਣੇਗੀ? ਅੱਛਾ, ਹੁਣ ਸੁਖਵਿੰਦਰ ਹੁਣ ਤੱਕ ਇਹਨਾਂ ਨੇ ਕੀਤਾ ਕੁਝ ਨਹੀਂ। ਪਹਿਲੀ 4.5 ਸਾਲ ਦੀ ਸਰਕਾਰ, ਉਹ ਉਸ ਤੋਂ ਪਹਿਲਾਂ 10 ਸਾਲ ਦੀ ਪਹਿਲੀ ਸਰਕਾਰ। ਇਸ ਤੋਂ ਬਾਅਦ ਫਿਰ ਜਦੋਂ ਰੌਲਾ ਪਿਆ ਤਾਂ 100 ਕਿੰਨੇ ਦਿਨ ਉਹ ਹੁਣ ਹੋ ਗਏ, 111 ਦਿਨ। ਹਾਂਜੀ ਹਾਂ, ਉਹ ਦਿਨ ਹੋ ਗਏ। ਉਸ ਤੋਂ ਬਾਅਦ ਹੁਣ ਦੇ ਦਿਨ ਗਿਣ ਲਓ, ਕਿਸੇ ਪਾਸੇ ਮੁੱਦੇ ਤੇ ਹੋਈ ਨਹੀਂ। ਹੁਣ ਕੀ ਗਰੰਟੀ ਆ 10 ਮਾਰਚ ਤੋਂ ਬਾਅਦ ਜਿਹੜੀ ਸਰਕਾਰ ਬਣਨੀ ਆ ਉਹ ਫੇਰ ਕੰਮ ਕਰੂਗੇ? ਉਹ ਮੁੱਦੇ ਉਠਾਉਗੇ। ਜਿਹਨਾਂ ਨੇ ਪਹਿਲਾਂ ਮੁੱਦੇ ਨੂੰ ਉਠਾਏ ਉਹ ਗਾਹਾਂ ਨੂੰ ਕੀ ਕਰੂਗੇ? ਉਹਨਾਂ ਕੋਲ ਜਿਹੜੀ ਸਮਝ ਕਿੱਦਾਂ ਦੀ ਹੈਗੀ ਆ, ਕੀ ਉਹਨਾਂ ਨੇ ਕਰਨਾ? ਮੈਂ ਬੜਾ ਹੈਰਾਨ ਹੁੰਦਾ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੇ ਫਾਈਨਾਂਸ ਦੇ ਮਹਿਕਮੇ ਦੇ ਨੇ, ਸਾਡੇ ਮੰਤਰੀ ਸਾਹਿਬ ਵੀ ਨੇ, ਉਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਸਾਰੀ ਜਿਹੜਾ ਪੈਸਾ ਵਾ ਉਹ ਮੁਲਾਜ਼ਮਾਂ ਨੂੰ ਚਲੇ ਜਾਂਦਾ ਹੈ। ਵੀ ਜੇ ਤੁਸੀਂ ਮੁਲਾਜ਼ਮਾਂ ਨੂੰ ਪੈਸਾ ਨਹੀਂ ਦੋਗੇ, ਤੁਹਾਡਾ ਇੰਨਾ ਵੱਡਾ ਕੰਮ ਉਹ ਕਿਵੇਂ ਕਰੋਗੇ? ਜਿਹੜੀਆਂ ਤੁਸੀਂ ਪੈਨਸ਼ਨਾਂ ਲੈਂਦੇ ਹੋ, ਤੁਹਾਡੇ ਕੋਲ ਇੰਨਾ ਪੈਸਾ ਜਾਂਦਾ ਸਰਕਾਰ ਤੋਂ, ਸਰਕਾਰ ਲੋਕਾਂ ਤੋਂ ਇੰਨੇ ਟੈਕਸ ਕਲੈਕਟ ਕਰਦੀ ਆ, ਉਹ ਪ੍ਰੋਪਰ ਕਿੱਦਾਂ ਯੂਟੀਲਾਈਜ਼ ਹੁੰਦੇ ਆ? ਉਹਦੇ ਵਾਸਤੇ ਵਾਈਟ ਪੇਪਰ ਕਿਵੇਂ ਆਉਂਦਾ ਹੈਗਾ? ਸਾਡੇ ਕੋਲ ਜਿਹੜੇ ਅਸੀਂ ਰੇਤਾ ਨੂੰ ਕਹਿੰਦੇ ਆ, ਜਾਂ ਕੇਬਲ ਨੂੰ ਕਹਿੰਦੇ ਆ, ਜਾਂ ਅਸੀਂ ਫਿਰ ਟਰਾਂਸਪੋਰਟ ਨੂੰ ਕਹਿੰਦੇ ਆ, ਜਿਹੜਾ ਉਹਨਾਂ ਦੇ ਵਿੱਚੋਂ ਪ੍ਰੋਪਰ ਸਰਕਾਰ ਤੋਂ ਪੈਸੇ ਜਾਣਾ ਸੀ ਉਹ ਕਿਉਂ ਨਹੀਂ ਜਾਂਦਾ? ਉਹ ਕਿੱਥੇ ਚਲੇ ਜਾਂਦਾ? ਉਹਦੇ ਬਾਰੇ ਨਿਗਾਹ ਕਿਉਂ ਰੱਖਦੇ ਤੁਸੀਂ? ਜੇ ਕੁਝ ਸਿਸਟਮ, ਮੈਨੂੰ ਤਾਂ ਇਹ ਲੱਗਦਾ ਸੁਖਵਿੰਦਰ, ਜਦ ਤੱਕ ਸਾਡੇ ਰਾਜਨੀਤਿਕ ਕਲਾਸ, ਸਾਡੇ MLA, ਸਾਡੇ ਮੰਤਰੀ, ਸਾਡੀ ਬਿਊਰੋਕਰੇਸੀ, ਜਦ ਤੱਕ ਇਹਨਾਂ ਦੀ ਨੀਤ ਲੋਕ ਪ੍ਰਤੀ ਨਹੀਂ ਹੁੰਦੀ, ਲੋਕਾਂ ਦੇ ਵੱਲ ਨਹੀਂ ਹੁੰਦੀ, ਜਦ ਤੱਕ ਇਹ ਸੋਚਣਗੇ ਨਹੀਂ ਇਹ ਸਾਡੀ ਸੰਵਿਧਾਨ ਦੀ ਡਿਊਟੀ ਆ, ਅਸੀਂ ਸਹੁੰ ਚੁੱਕੀ ਆ, ਸਾਡਾ ਫਰਜ਼ ਬਣਦਾ ਸਮਾਜ ਚੋਂ ਕੁਰੀਤੀਆਂ ਦੂਰ ਕਰਕੇ ਚੰਗੇ ਰਾਹ ਪਾਉਣਾ, ਫਿਰ ਤਾਂ ਸਰਕਾਰਾਂ ਬਣੂਗੀਆਂ। ਪਰ ਸਰਕਾਰਾਂ ਤਾਂ ਉਹ ਬਣਦੀਆਂ ਜਿਹਨਾਂ ਦਾ ਕੋਈ ਕਿਸੇ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਨਾਲ ਜਾਂ ਗਵਰਨੈਂਸ ਨਾਲ ਲੈਣ ਦੇਣ ਲਾਗੇ ਤਾਗੀ ਦਾ ਨਹੀਂ ਹੈਗਾ।
ਉਹ ਕਿਸੇ ਤਰੀਕੇ ਨਾਲ ਇਹੋ ਹੀ ਆਸ ਰੱਖਦੇ ਆ ਕਿ 5 ਸਾਲ ਮਿਲ ਗਏ ਆ, 5 ਸਾਲ ਤੋਂ ਬਾਅਦ ਅਗਲੇ 5 ਸਾਲ ਕਿਵੇਂ ਅਸੀਂ ਬਣਾਉਣੇ ਆ। ਇੱਕ ਦੂਜੇ ਦਾ ਮਤਲਬ ਇੰਨਾ ਜ਼ਿਆਦਾ ਐਡਵਰਟਾਈਜ਼ਮੈਂਟ ਤੇ ਦੂਸ਼ਿਤਬਾਜ਼ੀ ਹੁੰਦੀ ਆ, ਸਿਵਾਏ ਇੱਕ ਦੂਜੇ ਦੇ ਝੁੰਡੀਆਂ ਪੱਟਣ ਤੋਂ ਹੋਰ ਤਾਂ ਕੰਮ ਹੀ ਨਹੀਂ ਹੁੰਦਾ ਕੋਈ ਵੀ। ਮੈਂ ਸਿੰਬੋਲਿਕਲੀ ਸ਼ਬਦ ਬੋਲ ਰਿਹਾ ਹਾਂ ਕਿ ਇੱਕ ਦੂਜੇ ਨਾਲ ਇੰਨੀ ਜ਼ਿਆਦਾ ਭੱਦੀ ਭਾਸ਼ਾ ਵੀ ਵਰਤੀ ਜਾਂਦੀ ਹੈਗੀ ਆ। ਉਹਦੇ ਵਾਸਤੇ ਸਾਡੇ ਪਾਸ ਹੁਣ ਕਿਵੇਂ ਹੋਏਗਾ। ਲੇਕਿਨ ਮੈਨੂੰ ਲੱਗਦਾ ਇਹਨਾਂ ਨੂੰ ਸਾਰਿਆਂ ਨੂੰ ਠੀਕ ਕਰਨ ਵਾਸਤੇ ਸਾਡੇ ਕੋਲ ਜਿਹੜਾ ਲੋਕਤੰਤਰ ਹੈ ਉਹਦੇ ਚ ਲੋਕ ਆਵਾਜ਼ ਵਾਲੇ ਲੋਕ ਉਹਨਾਂ ਨੇ ਕਰਨਾ ਹੈ। ਹੁਣ ਉਹਨਾਂ ਨੂੰ ਫਰਜ਼ ਬਣਦਾ ਕਿ ਕੁਝ ਦਿਨ ਮਤਲਬ 13 ਮਹੀਨੇ ਦਿੱਲੀ ਤੇ ਪੰਜਾਬ ਦੇ ਵਿੱਚ 5 ਜੂਨ ਤੋਂ ਲੈ ਕੇ 26 ਨਵੰਬਰ ਤੱਕ ਜਿਹੜਾ ਸਿੰਘੂ ਮੋਰਚੇ ਤੇ ਜਾਣ ਤੱਕ ਦਾ ਉਹ ਸਮੇਂ 5-7 ਮਹੀਨੇ ਦਾ, ਇਹਦੇ ਚ ਲੋਕਾਂ ਦੇ ਵਿੱਚ ਇੱਕ ਬੜੀ ਤਕੜੀ ਚੇਤਨਾ ਆਈ ਸੀ। ਉਹ ਕਹਿੰਦੇ ਸੀ ਹੁਣ ਅਸੀਂ ਸਰਕਾਰਾਂ ਨੂੰ ਸਵਾਲ ਪੁੱਛਣੇ ਆ, ਪਿੰਡਾਂ ਚ ਆਉਣਗੇ ਉਹਨਾਂ ਨੂੰ ਸਵਾਲ ਪੁੱਛਣੇ ਆ। ਲੇਕਿਨ ਇਹਨਾਂ ਦਾ ਇੰਨਾ ਗੱਲਬਾਤ ਤੇਜ਼ ਹੁੰਦਾ, ਜਦੋਂ ਤੱਕ ਇਲੈਕਸ਼ਨ ਆ ਗਿਆ ਉਹ ਸਾਰੀ ਗੱਲਬਾਤ ਹੀ ਹੋਰ ਹੋ ਗਈ। ਥੋੜੀ ਬਹੁਤੀ ਰਹੀ ਗੱਲਬਾਤ ਘੁਮਾ ਦਿੱਤੀ ਇਹਨਾਂ ਨੇ ਕਿਸਾਨਾਂ ਨੂੰ ਕਿਸੇ ਪਾਸੇ ਉਲਝਾ ਰੱਖਣ ਲਈ। ਅੱਛਾ, ਜੇ ਕਿਸਾਨਾਂ ਨੇ ਚਲੋ ਇਲੈਕਸ਼ਨ ਲੜਨ ਦੀ ਸੋਚੀ, ਇਹਨਾਂ ਨੇ ਕਹਿਤਾ ਹੁਣ ਕਿਸਾਨਾਂ ਦਾ ਮੁੱਦਾ ਤੇ ਉਹੀ ਲਿਆਉਗੇ, ਸਾਡੇ ਦਾ ਮੁੱਦਾ ਨਹੀਂ ਹੈਗਾ। ਉਹ ਹੋਰ ਪਾਸੇ ਘੁਮਾਤਾ। ਉਧਰ ਇੱਕ ਵਾਰੀ ਅਨਫੋਰਚੂਨੇਟ ਸੀਗਾ ਕਿ ਯੂਨੀਅਨ ਦੇ ਵਿੱਚ ਥੋੜੀ ਜਿਹੀ ਡਿਫਰੈਂਸਿਸ ਆ ਕੇ ਵੀ ਇਲੈਕਸ਼ਨ ਲੜਨੀ ਆ ਕਿ ਨਹੀਂ ਲੜਨੇ ਹੈਗੇ। ਚਲੋ ਉਹ ਮੁੱਦਾ ਅਲੱਗ ਆ, ਕਿਤੇ ਫੇਰ ਗੱਲ ਕੀਤੀ ਜਾਊਗੀ। ਗੱਲ ਇਹ ਕਿ ਮੁੱਦਿਆਂ ਤੋਂ ਸਖਣੀ ਰਾਜਨੀਤੀ ਦੇ ਵਿੱਚੋਂ ਜਿਹੜੀ ਸਰਕਾਰ ਨਿਕਲੂਗੀ ਉਹ ਵੀ ਮੁੱਦਿਆਂ ਤੋਂ ਸਖਣੀ ਹੋਊਗੀ। ਜੀ ਬਿਲਕੁਲ। ਉਹ ਤਾਂ ਟਾਲਮਟੋਲ ਕਰੇਗੀ ਕਿਸ ਤਰ੍ਹਾਂ ਇਹਨਾਂ ਮੁੱਦਿਆਂ ਤੋਂ ਫਿਰ ਬਚਿਆ ਜਾਵੇ। ਫਿਰ ਮੁੱਦੇ ਆ ਜੀ ਵਧੀਆ ਸਿੱਖਿਆ ਦੇ ਦਿਓ, ਵਧੀਆ ਹੈਲਥ ਦੇ ਦਿਓ। ਉਸ ਤੋਂ ਇਲਾਵਾ ਕੋਈ ਪੋਲੀਟੀਕਲ ਇਸ਼ੂ ਵੀ ਹੈਗੇ ਜਿਹਦੇ ਨਾਲ ਇਸ ਖਿੱਤੇ ਦੀ, ਇਸ ਸੂਬੇ ਦੀ ਹੋਂਦ ਜੁੜੀ ਹੋਈ ਆ। ਜਦ ਤੱਕ ਉਹ ਪ੍ਰੋਪਰ ਨਹੀਂ ਹੋਊਗੇ, ਜਦ ਤੱਕ ਤੁਸੀਂ ਅੱਛੀ ਤਰ੍ਹਾਂ ਨਾਲ ਤੁਸੀਂ ਆਪਣੇ ਟੈਕਸ ਜਿਹੜੇ ਨੇ ਤੁਸੀਂ ਅਗਰਾਉਂਦੇ ਨੇ ਉਹਨਾਂ ਨੂੰ ਤੁਸੀਂ ਪ੍ਰੋਪਰ ਆਪਣੇ ਆਪਣੇ ਰਾਜ ਦੀ, ਆਪਣੇ ਪ੍ਰੋਵਿੰਸ ਦੀ ਜ਼ਰੂਰਤ ਵਾਸਤੇ ਜੇ ਖਰਚਣ ਵਾਸਤੇ ਤੁਹਾਨੂੰ ਸੈਂਟਰ ਤੋਂ ਬਾਰ-ਬਾਰ ਪੈਸਾ ਮੰਗਣਾ ਪੈਂਦਾ, ਤੁਸੀਂ ਤਰੱਕੀ ਕਿਵੇਂ ਕਰੋਗੇ। ਉਹਦੇ ਦੇ ਕੁਝ ਮੁੱਦੇ ਤੁਹਾਨੂੰ ਸਟੈਂਡ ਲੈਣੇ ਪੈਣੇ ਆ। ਤੁਹਾਨੂੰ ਪਾਣੀਆਂ ਦੇ ਉੱਤੇ ਇੱਕ ਆਪਣੀ ਸੋਚ ਬਣਾਉਣੀ ਪੈਣੀ ਆ। ਬਿਲਕੁਲ। ਹੁਣ ਲੇਟੈਸਟ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਗੱਲ ਚੱਲੀ ਆ, ਬਹੁਤ ਸਾਰੇ ਅਖਬਾਰਾਂ 'ਚ ਮੈਂ ਰੋਜ਼ ਪੜ੍ਹਦਾ ਕਿ ਇਹ ਆ ਰਿਹਾ, ਕੋਈ ਵੀ ਪਾਰਟੀ ਨੇ ਆਪਣੇ ਉਹਦੇ 'ਚ ਪ੍ਰਤੀਕਰਮ ਉਸ ਤਰ੍ਹਾਂ ਜਤਾਇਆ ਨਹੀਂ। ਕਿਸ ਤਰ੍ਹਾਂ ਗੱਲਬਾਤ ਬਣੀ ਆ, ਕਿਉਂਕਿ ਸਾਰਿਆਂ ਦੀ ਕੁਛ ਤਾਂ ਸੈਰ ਕਰਨ ਚਲ ਗਏ ਇਸ ਪਾਰਟੀ ਕਿ ਥੱਕ ਗਏ, ਬਹੁਤ ਇਲੈਕਸ਼ਨ ਲੜੇ ਆ, ਬਹੁਤ ਥੱਕ ਗਏ, ਬਹੁਤ ਮਿਹਨਤ ਕੀਤੀ ਆ, ਬਹੁਤ ਦੌੜ ਕੀਤੀ ਆ, ਬੜਾ ਜਾ ਕੇ ਧੂੜਾ 'ਚ ਭੱਜੇ ਆ, ਬਹੁਤ ਜ਼ਿਆਦਾ ਕੰਮ ਕੀਤਾ। ਹੁਣ ਉਹ ਘੁੰਮਣ ਚਲ ਗਏ ਆ, ਰਸਤਾ ਕਰਨ ਗਏ ਆ। ਹੁਣ ਉਹ ਤੋਂ ਬਾਹਰ ਹੋਣਗੇ ਹੁਣ 2-4 ਦਿਨ ਤੱਕ। ਜਿੱਥੇ ਗਏ ਆ ਉਹ ਉਹਨਾਂ ਦੇ ਮਗਰ ਇਲੈਕਸ਼ਨ ਇੱਕ ਤਰ੍ਹਾਂ ਨਾਲ ਚੁੰਬੜਿਆ ਪਿਆ, ਉਹ ਛੱਡੂਗਾ ਨਹੀਂ। ਉਹ ਸਕੀਮਾਂ ਲੱਗਦੀਆਂ ਪਈਆਂ ਨੇ। ਕੁਝ ਅਖਬਾਰਾਂ 'ਚ ਇਹ ਵੀ ਆ ਰਿਹਾ ਕਿ ਇੱਕ ਦੂਜੇ ਤੋਂ ਕਿਵੇਂ ਹਜੇ ਤਾਂ ਬਹੁਤ ਜਿਹੜਾ ਅਸਲੀ ਯੁੱਧ ਹੋਣਾ, ਵੋਟਾਂ ਦੇ ਰਿਜ਼ਲਟ ਹੋਣੇ ਆ, ਕਿਵੇਂ ਗੱਲਬਾਤ ਬਣ ਕੇ ਸਰਕਾਰਾਂ ਬਣਨੀਆਂ। ਜੇ ਕਿਸੇ ਪਾਰਟੀ ਨੂੰ ਪੂਰਾ ਬਹੁਮਤ ਨਹੀਂ ਮਿਲਦਾ, ਜੇ ਕਿਤੇ ਉਹ ਜਿੱਦਾਂ ਕਿ ਆਮ ਤੌਰ ਤੇ ਸਾਰੇ ਬੁੱਧੀਜੀਵੀ ਵੀ, ਐਨਾਲਿਸਟ ਵੀ ਆ ਜਿਹੜੀਆਂ ਵੋਟਾਂ ਦੇ ਬਾਰੇ ਹਿਸਾਬ ਕਿਤਾਬ ਲਗਾਉਂਦੇ ਆ, ਜਿਹਨੂੰ ਸੋਸ਼ਲੋਜਿਸਟ ਕਹਿੰਦੇ ਆ, ਉਹ ਵੀ ਰਲ ਮਿਲ ਕੇ ਇਹੀ ਦੱਸੀ ਜਾਂਦੇ ਆ ਕਿ ਇਹ ਤਾਂ ਜੀ ਹੁਣ ਮਿਲੀ ਜੁਲੀ ਖਿਚੜੀ ਵਾਲੀ ਸਰਕਾਰ ਬਣਨੀ ਆ। ਜੇ ਉਹ ਬਣ ਗਈ ਫੇਰ ਦੌੜ ਚੜਾਈਆ ਕਿੱਦਾਂ ਲੱਗਦਾ, ਉਹ ਤੁਹਾਨੂੰ ਮੁੱਦੇ ਫੇਰ ਬੋਲ ਜਾਣੇ ਆ। ਫੇਰ ਮੁੱਦਾ ਬਣ ਗਿਆ ਸਰਕਾਰ ਕਿੱਦਾਂ ਬਣਨੀ ਆ, ਉਹ ਮੁੱਦਾ ਫੇਰ ਬਣ ਜਾਣਾ। ਫੇਰ ਉਹ ਬਣ ਗਿਆ, ਫਿਰ ਸਰਕਾਰ 5 ਸਾਲ ਟਿਕਾਉਣੀ ਕਿੱਦਾਂ, ਫੇਰ ਉਹ ਮੁੱਦਾ ਬਣ ਗਿਆ। ਲੋਕਾਂ ਦਾ ਮੁੱਦਾ ਕਿੱਥੇ ਗਿਆ। ਫੇਰ ਇਹ ਤਾਂ ਸਾਰੇ ਦੀ ਸਾਰੀ ਗੱਲ ਜਿਹੜੀ ਹੈਗੀ ਆ ਇੱਕ ਦੂਜੀ ਤੋਹਮਤ ਲਾਉਂਦੇ ਆ। ਆਮ ਆਈ ਭੋਲੋ ਮੇਰੀਆਂ ਭੜੋਲੇ 'ਚ ਤਾਂ ਤੇਰੀਆਂ, ਆਮ ਆਈ ਭੋਲੋ ਤੇਰੀਆਂ ਫਰੋਲਾਂ ਮੇਰੀਆਂ ਭੜੋਲੇ 'ਚ। ਉਹ ਦੂਜੇ ਨੂੰ ਦੱਸ ਕੇ ਦੱਸ ਰਹੇ ਆ। ਕੋਈ ਪਾਰਟੀ ਵੀ ਇਸ ਵੇਲੇ ਸਾਡੇ ਸਾਹਮਣੇ ਠੋਸ ਤਰੀਕੇ ਨਾਲ ਕੋਈ ਪਾਲਿਸੀ ਦੇ ਬਾਰੇ ਚਰਚਾ ਲੈ ਕੇ ਇਲੈਕਸ਼ਨ ਦੇ ਦੌਰਾਨ ਸਾਡੇ ਪਾਸੇ ਨਹੀਂ ਆਈ। ਇਹ ਬੜੀ ਮੱਦਭਾਗੀ ਹੈ ਸਾਡੇ ਇਹਦੇ ਨਾਲ ਸਾਡਾ ਜਿਹੜਾ ਲੋਕਤੰਤਰ ਸਿਸਟਮ ਹੈ ਸੁਖਵਿੰਦਰ, ਉਹਦੇ 'ਚ ਬਹੁਤ ਖਰੋਟ ਆ ਰਹੀ ਆ। ਸਾਡੇ ਲੋਕਾਂ ਨੂੰ ਵੀ ਅੱਛਾ ਲੋਕ ਵਿਚਾਰੇ ਕਿਵੇਂ ਕਰ ਲਓ, ਉਹ ਕਿਸ ਤਰ੍ਹਾਂ ਇੱਕ ਇਕੱਠ ਹੋਵੇ। ਲੋਕਾਂ ਨੂੰ ਆਪਣੀ ਰੋਜੀ ਰੋਟੀ ਚਾਹੀਦੀ ਆ, ਉਹ ਕਿਵੇਂ ਜਾ ਕੇ ਇਕੱਠੇ ਹੋ ਕੇ ਰੋਜ਼ ਚੌਂਕਾਂ 'ਚ ਆ ਕੇ, ਚੁਰਾਹਿਆਂ 'ਚ, ਰੇਲਵੇ ਲਾਈਨਾਂ ਤੇ ਕਿੱਦਾਂ ਆ ਕੇ ਬੈਠਣ। ਚਲੋ ਜਿਹੜੇ ਜ਼ਿਮੀਂਦਾਰਾਂ ਵਾਲੇ ਲੋਕ ਸੀਗੇ ਉਹ ਤਾਂ ਹਿੰਮਤ ਸੀਗੀ, ਕੁਛ ਬੰਦੇ ਨੇ ਮਗਰੋਂ ਸੰਭਾਲ ਲਿਆ। ਜਿਹੜਾ ਹੁਣ ਮਾੜਾ ਮੋਟਾ ਕੋਈ ਫੜੀ ਲਾਉਂਦਾ ਹੈਗਾ, ਕੋਈ ਬਾਲ ਕੱਟਣ ਦਾ ਕੰਮ ਕਰਦਾ, ਕੁਝ ਨੇ 4 ਉੱਥੇ ਸੰਦ ਰੱਖ ਕੇ ਉਹ ਲੱਕੜੀ ਦਾ ਕੰਮ ਕਰਨ ਰੱਖਿਆ, ਉਹ ਕਿੰਨੀ ਦਿਨ ਬਾਹਰ ਬਹਿ ਸਕਦਾ। ਉਹ ਵਿਚਾਰੇ ਦੇ ਬਸ ਨਹੀਂ ਹੈਗਾ। ਉਹ ਤਾਂ ਮਤਲਬ ਕੋਸ ਹੈਗਾ। ਉਹ ਤਾਂ ਉਹ ਫਿਰ ਸੋਚਦਾ ਮੈਂ ਕਿਵੇਂ ਇੱਥੋਂ ਨਿਕਲਾਂ। ਇਹ ਹਾਲਾਤ ਜਿਹੜੇ ਨੇ ਸਾਨੂੰ ਕਿਸੇ ਪਾਸੇ ਹੋਰ ਧੱਕ ਰਹੇ ਨੇ। ਸਾਨੂੰ ਚਾਹੀਦਾ ਕਿ ਇਹ ਜਿਹੜੀਆਂ ਪਾਰਟੀਆਂ ਦੇ ਨੇਤਾ ਨੇ ਕੋਈ ਅਜੇ ਥੋੜੀ ਆ, ਇਹ ਪਿਛਲੇ ਕਈ ਸਾਲਾਂ ਇਲੈਕਸ਼ਨ 'ਚ
ਤੇ ਪੋਲਿਟਿਕਸ 'ਚ ਬੈਠੇ ਆ, ਇਹ ਸਾਧਨ ਸੰਪੰਨ ਨੇ, ਸਭ ਕੁਝ ਇਹਨਾਂ ਨੂੰ ਪਤਾ ਹੈ। ਜੇ ਮਤਲਬ ਗਵਰਨੈਂਸ ਦੀ ਗੱਲ ਕਰੀਏ ਤਾਂ ਇਹਨਾਂ ਤੋਂ ਕੋਈ ਚੀਜ਼ ਲੁਕੀ ਹੋਈ ਥੋੜੀ ਆ, ਇਹਨਾਂ ਦੀ ਨੀਤ ਸਾਫ਼ ਚਾਹੀਦੀ ਆ, ਅਦਰਵਾਈਜ਼ ਬੜਾ ਮੁਸ਼ਕਿਲ ਹੁੰਦੀ ਹੈਗੀ। ਜਿਹੜੀ ਅਸਲ 'ਚ ਗੱਲ ਹੈ ਕਿ ਇਹਨਾਂ ਦੀ ਨੀਤ ਸਾਫ਼ ਨਹੀਂ ਹੈਗੀ। ਪ੍ਰੋਫੈਸਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਕਿ ਲੋਕਾਂ ਨੂੰ ਮੁੱਦਿਆਂ ਦੇ ਬਾਰੇ ਜਿਹੜੀ ਆ ਉਹ ਸਮਝ ਲੋਕਾਂ ਦੀ ਨਹੀਂ ਬਣਦੀ, ਉਹ ਇਸ ਕਰਕੇ ਵੀ ਲੱਗਦਾ ਕਈ ਵਾਰੀ ਕਿ ਲੋਕਾਂ ਨੂੰ ਇਹਨਾਂ ਨੇ ਇਹ ਰੋਟੀ ਪਾਣੀ 'ਚ ਹੀ ਇੰਨਾ ਉਲਝਾ ਕੇ ਰੱਖਿਆ, ਉਹਨਾਂ ਨੂੰ ਫਿਕਰ ਪੈ ਜਾਂਦਾ ਕਿ ਜੇ ਅਸੀਂ ਧਰਨੇ ਤੇ ਚਲੇ ਗਏ ਤੇ ਸ਼ਾਮ ਦੀ ਰੋਟੀ ਦਾ ਕੀ ਬਣਨਾ, ਸ਼ਾਮ ਦੀ ਜਿਹੜੀ ਸਾਡੀ ਜਾਂ ਜਿਹੜੀ ਦਿਹਾੜੀ ਲੱਗਣੀ ਹੈ ਉਹਦਾ ਕੀ ਬਣਨਾ ਜੇ ਟੁੱਟ ਗਈ। ਇਸ ਪਾਸੇ ਵੱਲ ਨੂੰ ਲੋਕ ਉਲਝੇ ਰਹਿੰਦੇ ਨੇ। ਤੇ ਦੂਜੀ ਗੱਲ ਇਹ, ਮੈਨੂੰ ਕਈ ਵਾਰੀ ਕਈਆਂ ਦਾ ਫੋਨ ਆ ਜਾਂਦਾ, ਉਹ ਕਹਿੰਦੇ ਕਿ ਤੁਸੀਂ ਅਰਵਿੰਦ ਕੇਜਰੀਵਾਲ ਦੀ ਗੱਲ ਕਿਉਂ ਨਹੀਂ ਕਰਦੇ? ਉਹਨਾਂ ਨੇ ਪੰਜਾਬ ਦੇ ਵਿੱਚ ਕਹਿੰਦੇ ਮੁੱਦੇ ਉਭਾਰੇ। ਮੁੱਦੇ ਕਿਹੜੇ? ਕਹਿੰਦੇ ਉਹ ਕਹਿੰਦੇ ਅਸੀਂ ਚੰਗੀ ਸਿਹਤ ਸਹੂਲਤਾਂ ਦੇ ਦਿਆਂਗੇ, ਸਿੱਖਿਆ ਚੰਗੀ ਦੇ ਦਿਆਂਗੇ, ਫਿਰ ਉਹ ਕਹਿੰਦੇ ਕਿ ਅਸੀਂ ਬੇਰੁਜ਼ਗਾਰੀ ਦੂਰ ਕਰ ਦਿਆਂਗੇ। ਉਹ ਕਹਿੰਦੇ ਉਹ ਦੇ ਤਾਂ ਰਹੇ ਨੇ ਉਹਨਾਂ ਮੁੱਦਿਆਂ ਦਾ ਪਲਾਨ, ਪਰ ਕੀ ਇਹ ਸਾਡੀ ਨਜ਼ਰ ਜਾਂ ਤੁਹਾਡੀ ਨਜ਼ਰ ਦੇ ਵਿੱਚ ਮੁੱਦੇ ਨਹੀਂ ਬਣਦੇ? ਦੇਖੋ, ਇਹ ਮੁੱਦੇ ਬਹੁਤ ਜ਼ਰੂਰੀ ਬਣਦੇ ਨੇ, ਅੱਛੇ ਮੁੱਦੇ ਨੇ, ਕਿਉਂਕਿ ਸਿਹਤ ਦਾ ਮੁੱਦਾ ਹੋ ਗਿਆ ਤੇ ਆਪਣੇ ਵਿੱਦਿਆ ਦਾ ਮੁੱਦਾ ਹੋ ਗਿਆ। ਇਹ ਜਿਹੜੇ ਮੁੱਦੇ ਨੇ, ਇਹਦੇ ਨਾਲ ਨਾਲ ਮੁੱਦਿਆਂ ਦੇ ਇੱਕ ਪੰਜਾਬ ਦਾ ਮੁੱਦਾ ਬਹੁਤ ਵੱਡਾ ਹੈਗਾ। ਪੰਜਾਬ ਦਾ ਮੁੱਦਾ ਕੀ ਆ? ਅਸੀਂ ਪੰਜਾਬ ਨੂੰ ਕਿਵੇਂ ਖੁਸ਼ਹਾਲ ਬਣਾਉਣਾ। ਸਿਰਫ ਮੈਨੇਜਮੈਂਟ ਕਰਕੇ ਚੀਜ਼ਾਂ ਦੀ ਗੱਲ ਨਹੀਂ ਬਣਨੀ ਹੈਗੀ। ਇਹ ਕੋਈ ਇੰਡਸਟਰੀ ਥੋੜੀ ਆ ਜਾਂ ਕੋਈ ਕਾਰਖਾਨਾ ਥੋੜੀ ਆ, ਇਹਦੇ 'ਚ ਆਹ ਚੇਂਜ ਕਰ ਦਿਓ, ਇਹ ਕਾਰਖਾਨਾ ਚੱਲ ਪੈਣਾ ਹੈ। ਵਿੱਦਿਆ ਦੇ ਵਾਸਤੇ ਵੀ ਸਾਨੂੰ ਰਿਸੋਰਸ ਚਾਹੀਦੇ ਆ। ਜੇ ਸਾਨੂੰ ਰਿਸੋਰਸ ਚਾਹੀਦੇ ਆ, ਉਹ ਰਿਸੋਰਸ ਅਸੀਂ ਸਾਨੂੰ ਸਾਧਨ ਕਿੱਥੋਂ ਆਉਗੇ? ਅਸੀਂ ਤਾਂ ਮਤਲਬ ਪੰਜਾਬ ਤਾਂ ਇੱਕ ਬੜਾ ਸਮਾਨ ਲੈਵਲ ਤੇ ਆ, ਅਸੀਂ ਆਪਣੇ ਪੂਰੇ ਦੇਸ਼ ਦੇ ਲੈਵਲ 'ਚ ਜਿਹੜਾ ਅਸੀਂ ਆਪਣੇ GDP ਦਾ ਕੁਝ ਹਿੱਸਾ ਸੋਚਿਆ ਸੀ 5 ਤੋਂ 6%, 3% ਚਲੋ, ਉਹ ਵੀ ਨਹੀਂ ਵਿੱਦਿਆ ਤੇ ਖਰਚ ਰਹੇ। ਇਹ ਸਾਰਾ ਸਿਸਟਮ ਹੈ ਉਹ ਤਦੇ ਬਣੇਗਾ ਜਦੋਂ ਅਸੀਂ ਕੁਝ ਇੱਕ ਅਹਿਮ ਮੁੱਦਿਆਂ ਤੇ, ਹੁਣ ਪੰਜਾਬ ਦੀ ਐਗਰੀਕਲਚਰ ਨੂੰ ਲੈ ਕੇ ਬੜਾ ਇਹ ਪੰਜਾਬ 'ਚ ਜੀ ਬਹੁਤ ਮੁਸ਼ਕਲ ਹੋ ਗਈ ਆ। ਕੋਇਲਾ ਕੱਚਾ ਕੋਲਾ ਨਹੀਂ ਆਇਆ, ਜਿਹੜਾ ਪੱਥਰ ਦਾ ਕੋਲਾ ਨਹੀਂ ਆਇਆ। ਉਹ ਦੋ ਸਾਡੇ ਲਹਿਰਾ ਤੇ ਆਪਣੇ ਬਠਿੰਡਾ ਵਾਲੇ ਪਲਾਂਟ ਬੰਦ ਹੋ ਰਹੇ ਆ, ਉਹ ਬਿਲਕੁਲ ਹੋ ਗਿਆ। ਹੁਣ ਕੁਐਸਚਨ ਇਹ ਪੈਦਾ ਹੁੰਦਾ, ਬੜੀ ਇੰਟਰਸਟਿੰਗ ਗੱਲ ਹੈਗੀ ਆ ਕਿ ਸਾਡੇ ਕੋਲ ਪਾਣੀ ਦੀ ਆਪਣੇ ਸੋਮੇ ਸਨ, ਹੁਣ ਵੀ ਹੈਗੇ ਆ। ਉਹਨਾਂ ਸੋਮਿਆਂ 'ਚ ਕਾਫੀ ਸਮੇਂ ਤੋਂ ਮਤਲਬ ਅਸੀਂ ਦੇਖਿਆ ਕਿ ਉਹ ਜਿਹੜਾ ਪਾਣੀ ਆ, ਜਿਸ ਤਰ੍ਹਾਂ ਕਿ 47 ਵੇਲੇ ਸਾਨੂੰ ਦੇਸ਼ ਆਜ਼ਾਦ ਹੋਇਆ ਸੀਗਾ, ਉਦੋਂ ਸਾਡੇ ਕੋਲ ਕੋਈ 18 ਪੁਆਇੰਟ ਕੁਛ ਵਾਟਰ ਸੀਗਾ, ਫਰਮ ਸੀਗਾ, ਹਨਾ। ਤੇ ਉਸ ਤੋਂ ਬਾਅਦ ਅਸੀਂ ਸੋਚਿਆ ਚਲੋ ਅੱਧਾ ਪੰਜਾਬ ਨੂੰ ਰਹਿ ਗਿਆ, ਅਸੀਂ ਰਾਜਸਥਾਨ ਨੂੰ ਪਾਣੀ ਦੇ ਦਿੱਤਾ। ਉਸ ਤੋਂ ਬਾਅਦ ਕੁਝ ਪਰਸੈਂਟੇਜ ਦਿੱਲੀ ਨੂੰ, ਹਰਿਆਣੇ ਦੀ ਗੱਲ ਹੋਈ ਆ। ਲੇਕਿਨ ਉਹਦੇ 'ਚ ਮੇਨ ਗੱਲ ਇਹ ਰਹੀ ਆ ਕਿ ਜਦੋਂ ਪੰਜਾਬ ਦੇ ਵਿੱਚ 1969 ਤੋਂ ਔਨਵਰਡਸ ਗ੍ਰੀਨ ਰੈਵੋਲੂਸ਼ਨ ਦੀ ਗੱਲ ਹੋਈ ਆ, ਸਾਨੂੰ ਪਾਣੀ ਦੀ ਜ਼ਰੂਰਤ ਬਹੁਤ ਪਈ। ਹੁਣ ਜਿਹੜਾ ਨਹਿਰੀ ਵਾਲਾ ਇਲਾਕਾ ਸੀਗਾ, ਉਸ ਤੋਂ ਇਲਾਵਾ ਕੁਝ ਇਲਾਕਾ ਐਸਾ ਜਿੱਥੇ ਨਹਿਰੀ ਪਾਣੀ ਨਹੀਂ ਲੱਗਦਾ, ਉੱਥੇ ਅਸੀਂ ਜ਼ਮੀਨ 'ਚੋਂ ਹੀ ਪਾਣੀ ਕੱਢਿਆ। ਹੁਣ ਉਹਦੇ ਨਾਲ ਸਾਨੂੰ ਆਪਣਾ ਜਿਹੜਾ ਪਾਣੀ ਆ ਉਹਦੇ 'ਚ ਕਮੀ ਮਹਿਸੂਸ ਹੋਈ, ਕਿਉਂਕਿ ਛੋਟੀ ਕੱਦ ਦੀਆਂ ਫਸਲਾਂ ਵਾਸਤੇ ਪਾਣੀ ਬਹੁਤ ਚਾਹੀਦਾ ਸੀ। ਉਹ ਸਾਰਾ ਕੁਝ ਕਰਨਾ ਪਿਆ, ਦੇਸ਼ ਨੂੰ ਜ਼ਰੂਰਤ ਸੀਗੀ। ਮਤਲਬ ਗੱਲ ਸ਼ਾਰਟ ਕੀਤੇ ਹੋਏ, ਸਾਡੇ ਪਾਣੀ ਦਾ ਜਿਹੜਾ ਜ਼ਮੀਨ ਦਾ ਥੱਲੜਾ ਪਾਣੀ ਆ, ਅਸੀਂ ਕਾਫੀ ਵਰਤੋਂ 'ਚ ਲੈਣ ਦਾ, ਉਹ ਮਤਲਬ ਜਿੱਥੇ ਪਾਣੀ 40-50 ਫੁੱਟ ਤੇ 30 ਫੁੱਟ ਤੇ, ਮੈਨੂੰ ਪਤਾ ਮੇਰੇ ਪਿੰਡ ਜਦੋਂ ਮੈਂ ਸਕੂਲ ਪੜ੍ਹਦਾ ਸੀਗਾ 25 ਫੁੱਟ ਤੇ ਕੈਵਿਟੀ ਲੱਗਦੀ ਸੀ। ਕੈਵਿਟੀ ਹੁੰਦੀ ਆ ਜਿਹਦੇ ਥੱਲੇ ਛਾਨਣਾ ਪਾਉਣ ਤੋਂ ਬਿਨਾਂ ਸਿੱਧੀਆਂ ਨਾਲਾਂ ਬਣਾ ਦਿੱਤੀਆਂ ਹੈਗੀਆਂ। ਉਹ ਸਿਰ ਬੜਾ ਪਾਣੀ ਨਿਕਲਦਾ ਸੀਗਾ, ਲੋਕੀ ਬੜੇ ਖੁਸ਼ ਸੀਗੇ। ਹੁਣ ਉਹਨਾਂ ਪਿੰਡਾਂ ਦੇ ਮੇਰੇ ਉਸੇ ਇਲਾਕੇ 'ਚ ਮਤਲਬ 500 ਤੇ 400 ਫੁੱਟ ਤੇ ਬੋਰ ਨਹੀਂ ਹੁੰਦਾ ਹੈਗਾ। ਇਹ ਮੁਸ਼ਕਲਾਂ ਆਈਆਂ। ਹੁਣ ਉਹ ਜਿਹੜੇ ਮੁੱਦੇ ਸੀਗੇ, ਸਾਰੇ ਮੁੱਦੇ ਪਾਣੀਆਂ ਦੇ ਮੁੱਦੇ ਆ, ਉਹਦੇ 'ਚ ਸਾਨੂੰ ਕੋਈ ਪੋਲੀਟੀਕਲੀ ਸਟੈਂਡ ਲੈਣਾ ਪੈਣਾ ਨਾ। ਜਦੋਂ ਉਹ ਸਟੈਂਡ ਆ, ਉਹ ਭਾਰਤ ਦਾ ਤੇ ਫੈਡਰਲ ਸਟਰਕਚਰ ਨਾਲ ਜਾ ਜੁੜਦਾ, ਜਿਹੜਾ ਸੰਘੀ ਢਾਂਚਾ ਭਾਰਤ ਦਾ ਹੈਗਾ ਉਹਦੇ ਨਾਲ ਜਾ ਮਿਲਦਾ ਹੈਗਾ। ਉਹਦੇ 'ਚ ਸਾਨੂੰ ਅਸੀਂ ਮਤਲਬ ਜੇ ਉਹ ਸਟੈਂਡ ਲਵਾਂਗੇ, ਕਈਆਂ ਤੋਂ ਅਸੀਂ ਸਾਡਾ ਲੱਗੂਗਾ ਵੀ ਇਹ ਬਾਕੀ ਸੂਬਿਆਂ ਦੇ ਨਾਲ ਸਾਡੀ, ਇਸ ਕਰਕੇ ਉਹਦੇ ਨਾਲ ਸਾਡਾ ਕੋਈ ਕਲੈਸ਼ ਨਾ ਹੋਵੇ, ਕੁਛ ਨਾ ਹੋਵੇ। ਅਸੀਂ ਸੋਚਦੇ ਹਾਂ ਕਿ ਲੋਕਾਂ ਦੇ ਰੋਟੀ ਦੇ ਮੁੱਦੇ ਆ, ਇਹ ਬਹੁਤ ਤੁਹਾਨੂੰ ਇੰਨੀ ਚੀਨੀ ਮਿਲ ਗਈ ਆ। ਇਹ ਸ਼ੁਰੂ ਕੀਤਾ ਅਕਾਲੀ ਦਲ ਤੋਂ ਸ਼ੁਰੂ ਹੋ ਗਿਆ, ਕਾਂਗਰਸ ਨੇ ਸ਼ੁਰੂ ਕੀਤਾ, ਉਹ ਪੂਰੇ ਭਾਰਤ ਵਿੱਚ ਹੋਇਆ। ਉੱਥੇ ਐਨਟੀ ਰਾਮਾਰਾਓ ਨੇ ਸ਼ੁਰੂ ਕੀਤਾ ਸੀ ਸਾਊਥ ਵਿੱਚ ਵੀ ਮੈਂ ਲੋਕਾਂ ਨੂੰ ਆਹ ਦੇਣਾ, ਜੈ ਲਲਿਤਾ ਨੇ ਸ਼ੁਰੂ ਕੀਤਾ, ਸਾਰੇ ਪਾਸੇ ਇਹਦਾ ਇਹ ਕੰਮ ਚੱਲਿਆ। ਲੇਕਿਨ ਇਹ ਚੀਜ਼ਾਂ ਬਹੁਤ ਦੇਰ ਤੱਕ ਨਹੀਂ ਚੱਲ ਸਕਦੀਆਂ। ਅਸੀਂ ਜੇ ਆਪਣੇ ਦੇਸ਼ ਨੂੰ ਇੱਕ ਵਧੀਆ ਸਰਵੋਤਮ ਦੇਸ਼ ਬਣਾਉਣਾ ਹੈ, ਅਸੀਂ ਜਿਨ੍ਹਾਂ ਦੇਸ਼ਾਂ 'ਚ ਜਾ ਕੇ ਰੁਜ਼ਗਾਰ ਭਾਲਦੇ ਆ, ਕੰਮ ਕਰਕੇ ਕਮਾਈ ਕਰਦੇ ਆ, ਉਹਨਾਂ ਦਾ ਕਿਉਂ ਕਰਦੇ ਆ? ਉੱਥੇ ਕੋਈ ਪੈਸਾ ਦਰਖਤ ਨੂੰ ਥੋੜ੍ਹਾ ਲੱਗਿਆ ਹੋਇਆ, ਉਹਨਾਂ ਦਾ ਸਿਸਟਮ ਵਧੀਆ। ਜਿਹੜੇ ਬੰਦੇ ਬਾਹਰੋਂ ਆਉਂਦੇ ਆ, ਉਹਨਾਂ ਨੂੰ ਪੁੱਛਦੇ ਆ ਵੀ ਤੁਹਾਨੂੰ ਉੱਥੇ ਕਿੰਨੇ ਕੁ ਪੈਸੇ ਮਿਲਦੇ ਆ? ਉਹ ਕਹਿੰਦੇ ਪੈਸੇ ਜਿੰਨੇ ਮਰਜ਼ੀ ਮਿਲਦੇ ਹੋਣ, ਸਾਨੂੰ ਪੋਸਟ ਆਫਿਸਾਂ ਦੇ ਮੋਹਰੇ, ਬੈਂਕਾਂ ਦੇ ਮੋਹਰੇ
ਰੇਲਵੇ ਦੀਆਂ ਟਿਕਟਾਂ ਬੁੱਕ ਕਰਾਉਣ ਵਾਸਤੇ, ਬੱਸਾਂ ਤੇ ਸਫ਼ਰ ਕਰਨ ਵਾਸਤੇ, ਐਰੋਪਲੇਨ ਪਕੜਨ ਵਾਸਤੇ, ਪੁਲਿਸ ਕੋਲ ਜਾ ਕੇ ਦਰਖਾਸਤ ਦੇਣ ਵਾਸਤੇ, ਉੱਥੇ ਕੋਈ LIC ਦੀਆਂ ਪਾਲਿਸੀਆਂ ਮੈਚੁਰ ਹੋ ਗਈਆਂ ਉਹਨੂੰ ਕੈਸ਼ ਕਰਾਉਣ ਵਾਸਤੇ, ਪਾਸਪੋਰਟ ਬਣਾਉਣ ਵਾਸਤੇ, ਜਿਹੜੇ ਟੀਕੇ ਲੱਗਦੇ ਆ ਹਸਪਤਾਲਾਂ 'ਚ ਉਹਦੇ ਵਾਸਤੇ ਸਾਨੂੰ ਕੋਈ ਤੰਗੀ ਨਹੀਂ, ਆਰਾਮ ਨਾਲ ਸਿਸਟਮ ਬਣਿਆ ਹੋਇਆ। ਇੱਥੇ ਟੀਕੇ ਲਾਉਣ ਵਾਸਤੇ ਪੈਸੇ ਦੇਣੇ ਪੈਣੇ, ਇੱਥੇ ਪਾਸਪੋਰਟ ਬਣਾਉਣ ਵਾਸਤੇ ਜਗ੍ਹਾ ਨੂੰ ਕਿਸੇ ਦੀ ਗਵਾਹੀ ਪਾਓ, ਤੇ ਇੱਥੇ ਤੁਸੀਂ ਜੇ ਕਿਤੇ ਰੇਲਵੇ ਸਟੇਸ਼ਨ ਜਾਣਾ ਪਹਿਲੇ ਜਾ ਕੇ ਬਹਿਣਾ ਪੈਣਾ ਵੀ ਖੜੇ 3-4 ਘੰਟੇ ਬਹਿ ਜਾਓ, ਉੱਥੇ ਲਾਈਨ ਲੱਗ ਜਾਣੀ ਆ, ਫਿਰ ਉਹ ਬੰਦੇ ਆ ਜਾਣੇ ਆ ਕਹਿਣਾ ਜੀ ਤੁਹਾਨੂੰ ਅਸੀਂ ਸ਼ਾਰਟਕਟ ਟਿਕਟ ਲੈਣ ਦੀ ਹੈਗੇ। ਕੁਝ ਬੰਦੇ ਐਸੀ ਆ ਉਹ ਬਿਨਾਂ ਟਿਕਟੋਂ ਗੱਡੀ 'ਚ ਖੁੱਲ ਜਾਂਦੀ ਆ, ਉਹ ਪਤਾ ਉੱਥੇ ਟਿਕਟ ਮਿਲ ਜਾਣੀ ਆ। ਇਹ ਜਿਹੜੇ ਇੱਧਰ ਸਿਸਟਮ ਹੈ ਇਹ ਸਾਰੇ ਮਿਸ ਗਵਰਨੈਂਸ ਹੈਗੀ। ਇਹਨਾਂ ਨੂੰ ਕਰਨ ਵਾਸਤੇ ਅਸੀਂ ਪਾਲਿਸੀਆਂ ਬਣਾਉਣੀਆਂ, ਕੁਛ ਹੁੰਦੀ ਆ ਲੋਕਾਂ ਨੂੰ ਖੁਸ਼ ਕਰਨ ਵਾਸਤੇ। ਹਰ ਵਕਤ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਪੋਲੀਟੀਕਲ ਪਾਰਟੀ ਦਾ ਰੋਲ ਛੱਡਦੀਆਂ ਨਹੀਂ, ਸਰਕਾਰ ਬਣ ਕੇ ਵੀ ਪੋਲੀਟੀਕਲ ਪਾਰਟੀ ਤਰ੍ਹਾਂ ਰੋਲ ਕਰਦੀਆਂ ਨੇ। ਉਹਨਾਂ ਦਾ ਇਹੋ ਹੀ ਕੰਮ ਰਹਿੰਦਾ ਹੈਗਾ ਕਿ ਕਿਸੇ ਤਰ੍ਹਾਂ ਦਾ ਕਿਵੇਂ ਪਬਲਿਕ ਜਿਹੜੀ ਪੋਪੂਲਿਜ਼ਮ ਹੈ ਉਹਨੂੰ ਕਰਨਾ। ਬਈ ਸਾਨੂੰ ਇਹ ਸੋਚਣਾ ਪਊਗਾ ਜੇ ਸਾਨੂੰ ਲੋਕਾਂ ਨੇ ਸਰਕਾਰ ਬਣਾਉਣ ਲਈ ਜ਼ਿੰਮੇਵਾਰੀ ਦਿੱਤੀ ਆ ਤਾਂ ਸਾਨੂੰ ਹੁਣ ਸੋਚਣਾ ਚਾਹੀਦਾ, ਸਾਨੂੰ ਇਮਾਨਦਾਰੀ ਨਾਲ ਇੱਕ ਪ੍ਰੋਗਰਾਮ ਲੈ ਕੇ, ਇੱਕ ਵਿਚਾਰ ਰੱਖ ਕੇ ਉਹਦੇ ਨਾਲ ਪਾਲਿਸੀਆਂ ਬਣਾ ਕੇ ਲਾਗੂ ਕਰਨੀ ਚਾਹੀਦੀਆਂ, ਭਾਵੇਂ ਅਗਲੇ 5 ਸਾਲਾਂ ਬਾਅਦ ਕਿਤੇ ਅਸੀਂ ਖੜੇ ਹੋਈਏ ਚਾਹੇ ਨਾ ਖੜੇ ਹੋਈਏ। ਘੱਟੋ ਘੱਟ ਅਸੀਂ ਆਪਣੀ ਜ਼ਮੀਰ ਤੇ, ਘੱਟੋ ਘੱਟ ਅਸੀਂ ਆਪਣੇ ਆਤਮ ਆਰਾਮ ਦੇ ਉੱਤੇ ਤੇ ਖੜੇ ਹੋਵਾਂਗੇ ਕਿ ਹਾਂ ਵੀ ਮੈਂ ਕੰਮ ਕੀਤਾ ਸੀਗਾ, ਇਹ ਕੰਮ ਚੱਲਿਆ ਸੀਗਾ, ਇਹ ਸਿਸਟਮ ਕੀਤਾ ਸੀਗਾ। ਸਾਡੇ ਕੋਲ ਰਹੇ ਆ, ਸਾਡੇ ਕੋਲ ਪੰਜਾਬ ਦੇ ਵਿੱਚ ਵੀ ਇਦਾਂ ਦੇ ਬਹੁਤ ਹੀ ਵਧੀਆ ਸਟੇਟਸਮੈਨ ਰਹੇ ਆ, ਤੇ ਗਾਂਧੀ ਕਰਤਾਰ ਸਿੰਘ ਵਰਗੇ ਤਾਂ ਭਾਰਤ ਵਿੱਚ ਵੀ ਰਹੇ ਆ, ਲਾਲ ਬਹਾਦਰ ਸ਼ਾਸਤਰੀ ਵਰਗੇ, ਜਿਹਨਾਂ ਨੇ ਸਾਨੂੰ ਹੁਣ ਇਸ ਵੇਲੇ ਪੋਲੀਟੀਸ਼ੀਅਨਾਂ ਤੋਂ ਜ਼ਿਆਦਾ ਜਿਹੜੇ ਸਟੇਟਸਮੈਨ ਹੈਗੇ ਆ, ਦਾਨਸ਼ਵਰ ਰਾਜਨੀਤੀਵਾਨ ਹੈ, ਉਹਨਾਂ ਦੀ ਜ਼ਰੂਰਤ ਹੈਗੀ ਆ। ਸਾਨੂੰ ਇਹਨਾਂ ਦੀ ਜ਼ਰੂਰਤ ਨਹੀਂ ਜਿਹੜੇ ਮਤਲਬ ਕਿ ਇੰਨੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਣ 'ਚ ਜਾਂਦੇ ਆ। ਹੁਣ ਲੋਕਾਂ ਦੇ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਕਹਾਂਗੇ ਲੋਕਾਂ ਦਾ ਫਰਜ਼ ਹੈ, ਲੋਕਾਂ ਦਾ ਫਰਜ਼ ਤਾਂ ਇਹ ਹੈਗਾ ਐਲਕੀ ਵੀ, ਮੈਂ ਤੁਹਾਨੂੰ ਫਿਰ ਅੱਗੇ ਵੀ ਕਿਹਾ ਸੀ ਕਈ ਵਾਰੀ, ਪੰਜਾਬ ਦੇ ਲੋਕ ਜਿਹੜਾ 10 ਤਰੀਕ ਨੂੰ ਫਤਵਾ ਦੇਣਗੇ ਉਹ ਬੜਾ ਸਮਝਦਾਰੀ ਦਾ ਹੋਵੇਗਾ। ਜੀ ਬਿਲਕੁਲ ਏਦਾਂ ਨਹੀਂ ਹੋਏਗਾ। ਹਾਂ, ਉਹਦੇ ਲੋਕਾਂ ਨੇ ਕਹਿਤਾ ਜੀ ਇਸ ਵੇਲੇ ਤਾਂ ਬਹੁਤ ਜ਼ਿਆਦਾ ਵਿਚਾਰ ਬਣ ਗਏ ਆ, ਲੋਕੀ ਬੜੇ ਪਰੇਸ਼ਾਨ ਆ, ਉਹ ਕਹਿੰਦੇ ਆ ਵੀ ਨਹੀਂ ਪਾਰਟੀ ਚੰਗੀ, ਉਹ ਵੀ ਨਹੀਂ ਚੰਗੀ, ਕੋਈ ਨਵੀਂ ਦੇਖੀਏ। ਪੰਜਾਬ ਦੇ ਲੋਕ ਬੜੀ ਸਮਝਦਾਰੀ ਨਾਲ ਕੰਮ ਕਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ 5 ਸਾਲ ਇਹ ਸਾਰੇ ਦਾ ਸਾਰਾ ਫਿਰ ਜਿਹੜਾ ਸਾਡੇ ਤੇ ਤੰਗੀਆਂ ਆਉਣੀਆਂ ਅਸੀਂ ਸਹਾਰਨੀਆਂ ਨੇ। ਲੇਕਿਨ ਇੱਕ ਵੱਡੀ ਗੱਲ ਹੋਰ ਬਣ ਗਈ ਆ, ਉਹ ਇਹ ਆ ਕਿ ਜਿਹੜੀ ਇਲੈਕਸ਼ਨ ਹੈ ਉਹਦਾ ਜ਼ੋਰ ਕਿਸੇ ਵੀ ਤਰੀਕੇ ਦੇ ਨਾਲ ਵੋਟਾਂ ਤੱਕ ਸੀਮਿਤ ਰਹਿ ਗਏ। ਹਜੇ ਤੱਕ ਸਾਡੇ ਕੋਲ ਪੰਚਾਇਤਾਂ ਦੀ ਇਲੈਕਸ਼ਨ ਹੁੰਦੇ ਨੇ, ਪਿੰਡਾਂ 'ਚ ਪੰਚਾਇਤਾਂ ਨੇ, ਅਸੀਂ ਉੱਥੇ ਖੁਦ ਦੇਖਦੇ ਹਾਂ ਕਿ ਕਿਹੜੀ ਪੰਚਾਇਤ ਚੁਣਨੀ ਆ, ਕਿਉਂਕਿ ਉਹ ਤਾਂ ਸਾਡਾ ਬਿਲਕੁਲ ਨਜ਼ਦੀਕੀ ਦਾ ਵਾਸਤਾ ਹੁੰਦਾ ਨਾ। ਉਹਦੇ ਵਿੱਚ ਵੀ ਅਸੀਂ ਕਈ ਵਾਰੀ ਆਪਣੇ ਭਾਈਚਾਰੇ ਨਾਲ ਮਿਲ ਕੇ, ਆਪਣੀ ਬਰਾਦਰੀ ਨਾਲ ਮਿਲ ਕੇ, ਆਪਣੇ ਕੁੜਮੇ ਨਾਲ ਮਿਲ ਕੇ ਆਪਣਾ ਵੋਟ ਦਾ ਅਧਿਕਾਰ ਜਿਹੜਾ ਹੈਗਾ ਉਹ ਪ੍ਰੋਪਰ ਯੂਜ਼ ਨਾ ਕਰਕੇ, ਮਤ ਦਾ ਦਾਨ ਪ੍ਰੋਪਰ ਨਾ ਕਰਕੇ, ਅਸੀਂ ਮਤ ਨੂੰ ਇੱਕ ਕਾਰਡ ਦੀ ਤਰ੍ਹਾਂ ਵਰਤ ਲੈਂਦੇ ਆ ਉਸ ਵੋਟ ਨੂੰ, ਉਸ ਤਰ੍ਹਾਂ ਨੁਕਸਾਨ ਹੁੰਦਾ ਹੈ। ਇਸ ਲਈ ਜ਼ਰੂਰਤ ਇਹ ਹੈ ਕਿ ਜਦ ਤੱਕ ਸਾਡੇ ਆਪਣੇ ਖਿੱਤੇ ਵਿੱਚ, ਸਮਾਜ ਦੇ ਵਿੱਚ, ਲੋਕਾਂ ਦੇ ਵਿੱਚ ਇੱਕ ਚੇਤਨਾ ਜਿਹੜੀ ਹੈਗੀ ਆ ਉਹ ਖੁਦ ਨਹੀਂ ਉੱਠਦੀ, ਉਹਦੇ ਵਾਸਤੇ ਵੱਡੇ ਵੱਡੇ ਜਲੂਸ, ਵੱਡੇ ਵੱਡੇ ਜਲਸੇ ਤਾਂ ਵੱਡੇ ਵੱਡੇ ਐਜੀਟੇਸ਼ਨ ਦੀ ਜ਼ਰੂਰਤ ਨਹੀਂ ਹੈਗੀ। ਉਹ ਹੌਲੀ ਹੌਲੀ ਲੋਕਾਂ 'ਚ ਮਨ 'ਚ ਬਾਤ ਆ ਰਹੀ ਹੈ, ਇਹ ਗੱਲ ਆ ਰਹੀ ਹੈ। ਜਿਵੇਂ ਕਿ ਸਾਡੇ ਕੋਲ ਕਿਸਾਨ ਮੋਰਚੇ ਵੇਲੇ ਬਹੁਤ ਸਾਰੇ ਕਿੱਤੇ ਦੇ ਲੋਕ ਨਾਲ ਜੁੜੇ, ਇਕੱਲੇ ਕਿਸਾਨ ਨਹੀਂ, ਇਕੱਲੇ ਮਜ਼ਦੂਰ ਨਹੀਂ, ਆੜ੍ਹਤੀਏ ਵੀ, ਹੋਰ ਲੋਕ ਵੀ ਜੁੜੇ, ਟੀਚਰ ਵੀ ਜੁੜੇ, ਮਤਲਬ ਕਿ ਦੁਕਾਨਦਾਰ ਵੀ ਜੁੜੇ। ਉਹਨਾਂ ਨੂੰ ਲੱਗਦਾ ਸੀਗਾ ਕਿ ਕਿਤੇ ਨਾ ਕਿਤੇ ਇਹ ਮੁੱਦਾ ਇਕੱਲਾ ਕਿਸਾਨੀ ਦਾ ਨਹੀਂ ਹੈਗਾ, ਇਹ ਮੁੱਦਾ ਕਿਤੇ ਨਾ ਕਿਤੇ ਭਾਰਤ ਨਾਲ ਪੰਜਾਬ ਦੇ ਜਿਹੜੇ ਸੰਬੰਧ ਆ, ਜਿਹਨੂੰ ਅਸੀਂ ਫੈਡਰਲ ਢਾਂਚਾ ਕਹਿੰਦੇ ਆ, ਉਹ ਵੀ ਜੁੜਿਆ ਹੋਇਆ ਹੈ। ਉਹ ਜਿਹੜੇ ਮੁੱਦੇ ਆ ਹੁਣ ਬੜੇ ਸਾਰੇ ਦੇ ਸਾਰੇ ਕੰਮੂਲੇਟ ਹੋਏ ਆ, ਉਹ ਕਿਤੇ ਚੱਲ ਨਹੀਂ ਗਏ, ਉਹਨਾਂ ਦੀਆਂ ਸੀੜੀਆਂ ਬਣ ਕੇ ਲੋਕਾਂ ਦੇ ਮਨਾਂ 'ਚ ਪਈਆਂ। ਕੰਪਿਊਟਰ ਦੀਆਂ ਜਿਹੜੀਆਂ ਸੀੜੀਆਂ ਵਰਤ ਹੁੰਦੀਆਂ ਉਹ ਕਿਤੇ ਕਿਤੇ ਖਰਾਬ ਹੋ ਜਾਂਦੀਆਂ, ਜਿਹੜੀ ਮਨ ਦੀ ਸੀੜੀ ਆ ਉਹ ਕਦੀ ਖਰਾਬ ਨਹੀਂ ਹੁੰਦੀ, ਉਹ ਸੀੜੀ ਸੰਜੀਵਿਆ ਹੈਗੀ ਆ, ਉਹਦੇ 'ਚ ਗੱਲਾਂ ਨੋਟ ਹੁੰਦੀਆਂ ਰਹਿੰਦੀਆਂ। ਹੁਣ ਲੋਕਾਂ ਨੂੰ ਇਸ ਗੱਲ 'ਚ ਸਰਕਾਰਾਂ ਬਣਨ ਤੋਂ ਬਾਅਦ ਇਹਨਾਂ ਕੋਲ ਜਾਣਗੇ, ਇਹਨਾਂ ਨੂੰ ਟਿਕ ਕੇ ਬੈਠਣ ਨਹੀਂ ਦੇਣਗੇ, ਉਹ ਸਾਰੇ ਮੁੱਦਿਆਂ ਦੀ ਗੱਲ ਕਰਨਗੇ। ਉਹ ਜੇ ਇਹਨਾਂ ਨੂੰ, ਕਿਉਂਕਿ ਹੁਣ ਵੀ ਦੇਖਿਆ ਸੀ ਅਸੀਂ, ਅਗਰ 111 ਦਿਨਾਂ ਦੇ ਵਿੱਚ ਇਹਨਾਂ ਨੇ ਕੈਪਟਨ ਸਰਕਾਰ ਨੂੰ ਲਾਇਆ, ਕਿਉਂਕਿ ਉਹ ਕੈਪਟਨ ਸਰਕਾਰ ਲੋਕਾਂ ਦੀ ਗੱਲ ਨੂੰ ਨਹੀਂ ਸੁਣਦੀ ਸੀ, ਲੋਕਾਂ ਦੀ ਛੱਡੋ ਇਹਨਾਂ ਦੇ MLA ਦੀ ਗੱਲ ਨਹੀਂ ਸੁਣਦੀ ਸੀ, ਤਾਂ ਬਾਕੀ ਜਿਹੜੇ ਸੀਗੇ ਆਂਗਣਵਾੜੀ ਵਰਕਰ, ਸਕੂਲਾਂ ਦੇ ਟੀਚਰ, ਉਹਨਾਂ ਨੇ ਟੈਂਕੇ ਚੜ੍ਹ ਕੇ ਪ੍ਰਦਰਸ਼ਨ ਕੀਤੇ, ਬੁਛਾੜਾਂ ਸਹੀਆਂ ਪਾਣੀ ਦੀਆਂ, ਡੰਡੇ ਖਾਧੇ, ਆਪਣੇ ਹੱਕਾਂ ਦੀ ਲੜੇ, ਉਹਨਾਂ 'ਚ ਚੇਤਨਾ ਆਈ, ਉਹ ਸਭ ਕੁਝ ਬਣਿਆ। ਉਹ ਹੁਣ ਤੁਸੀਂ ਲੋਕਾਂ ਦਾ 1 ਵਾਰੀ 2 ਵਾਰੀ 4 ਵਾਰੀ ਬੇਵਕੂਫ ਬਣਾ ਲਓਗੇ, ਬਾਰ-ਬਾਰ ਨਹੀਂ ਬਣਾ ਸਕਣਾ। ਇਹਦੇ 'ਚ ਨਹੀਂ ਤਾਂ ਫਿਰ ਕਈ ਤਰ੍ਹਾਂ ਦੀਆਂ ਦੱਬੀਆਂ ਜਿਹੜੀਆਂ ਅੰਦਰ ਤੁਹਾਡੇ ਧਮਨੀਆਂ ਵਿੱਚ ਚੀਜ਼ਾਂ ਫਸੀਆਂ ਨੇ, ਉਹ ਕੋਈ ਹੋਰ ਰੂਪ ਲੈਂਦੀਆਂ ਨੇ।
ਬਿਲਕੁਲ, ਲੋਕ ਵੀ ਵੈਸੇ ਸੁਚੇਤ ਹੁੰਦੇ ਜਾ ਰਹੇ ਨੇ, ਲੋਕਾਂ ਨੂੰ ਵੀ ਪਤਾ ਲੱਗ ਰਿਹਾ ਕਿ ਸਾਨੂੰ 4 ਕੁ ਦਿਨ ਖੁਸ਼ ਕਰਨ ਦੇ ਲਈ ਕਦੇ ਆਹ ਦੇ ਦਿੱਤਾ, ਕਦੇ ਉਹ ਦੇ ਦਿੱਤਾ। ਪਰ ਜਦੋਂ ਪ੍ਰੋਫੈਸਰ ਸਾਹਿਬ ਤੁਸੀਂ ਗੱਲ ਸੰਘੀ ਢਾਂਚੇ ਦੀ ਕੀਤੀ ਸੀਗੀ ਕਿ ਮੁੱਦਿਆਂ ਦੇ ਵਿੱਚ ਜਦੋਂ ਸੰਘੀ ਢਾਂਚੇ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਕਿਸ ਤਰ੍ਹਾਂ ਕੇਂਦਰ ਦੇ ਨਾਲ ਰਿਲੇਸ਼ਨ ਰੱਖਣੇ ਨੇ। ਪਰ ਕੀ ਲੱਗਦਾ ਨਹੀਂ, ਜਿਵੇਂ ਹੁਣ ਮੈਂ ਨਵਜੋਤ ਸਿੱਧੂ ਦੀ ਗੱਲ ਕਰਾਂ, ਨਵਜੋਤ ਸਿੱਧੂ ਨੇ ਉਹਨਾਂ ਮੁੱਦਿਆਂ ਨੂੰ ਉਭਾਰਿਆ, ਉਹਨਾਂ ਮੁੱਦਿਆਂ ਨੂੰ ਐਡਰੈਸ ਕੀਤਾ। ਕਾਫੀ ਇਲੈਕਸ਼ਨ ਤੋਂ ਪਹਿਲਾਂ ਤਾਂ ਮਤਲਬ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਹਲੇ ਇਲੈਕਸ਼ਨ ਦਾ ਇੰਨਾ ਜ਼ੋਰ ਨਹੀਂ ਸੀ, ਪਰ ਚਰਚਾ ਪੂਰੀ ਰਹੀ ਜਦੋਂ ਕੈਪਟਨ ਸਾਹਿਬ ਨੂੰ ਲਾਇਆ ਗਿਆ ਜਾਂ ਉਸ ਤੋਂ ਪਹਿਲਾਂ ਉਹਨਾਂ ਨੇ ਮੁੱਦਿਆਂ ਨੂੰ ਐਡਰੈਸ ਕੀਤਾ। ਫਿਰ ਉਹਨਾਂ ਨੇ ਮੈਨੀਫੈਸਟੋ ਦੇ ਵਿੱਚ ਲਿਆ ਕੇ ਉਹਨਾਂ ਨੂੰ ਰੱਖਿਆ ਕਿ ਇਹ ਜੀ ਪੰਜਾਬ ਦਾ ਮਾਡਲ ਹੋਏਗਾ, ਆ ਏਦਾਂ ਅਸੀਂ ਬੇਰੁਜ਼ਗਾਰੀ ਦੂਰ ਕਰਨੀ ਹੈ, ਲੱਖਾਂ ਨੌਕਰੀਆਂ ਦੇ ਦਿਆਂਗੇ, ਜਾਂ ਅਸੀਂ ਕਾਰਪੋਰੇਸ਼ਨ ਬਣਾ ਦਿਆਂਗੇ ਸ਼ਰਾਬ ਦੇ ਉੱਤੇ, ਜਾਂ ਹੋਰ ਰੇਤਾ ਬਜਰੀ ਦਾ ਜਿਹੜਾ ਕਾਰੋਬਾਰ ਹੈ ਉਹਨੂੰ ਅਸੀਂ ਕਿਸ ਤਰੀਕੇ ਨਾਲ ਚਲਾਵਾਂਗੇ। ਇਹ ਸਾਰਾ ਕੁਝ ਉਹਨਾਂ ਨੇ ਕਿਹਾ। ਪਰ ਕੀ ਲੱਗਦਾ ਨਹੀਂ ਕਿ ਜਦੋਂ ਅਸੀਂ ਸੰਘੀ ਢਾਂਚੇ ਦੀ ਗੱਲ ਕਰਦੇ ਹਾਂ ਤਾਂ ਕੇਂਦਰੀ ਜਿਹੜੀਆਂ ਪਾਰਟੀਆਂ ਨੇ, ਜਿਹੜਾ ਕੇਂਦਰੀ ਕੁੰਡਾ ਹੁੰਦਾ ਉੱਤੇ, ਉਹਨਾਂ ਨੂੰ ਇਹ ਹਜ਼ਮ ਨਹੀਂ ਹੁੰਦਾ ਕਿ ਸਟੇਟ ਜਿਹੜੀ ਹੈ ਉਹ ਉਹਨਾਂ ਤੋਂ ਬਾਹਰ ਹੀ ਹੋ ਕੇ ਚੱਲੇ, ਕਿਉਂਕਿ ਕੱਲ ਨੂੰ ਉਹਨਾਂ ਨੇ ਵੀ ਕੇਂਦਰ ਦੇ ਵਿੱਚ ਜੇ ਆਉਣਾ ਹੈ ਤਾਂ ਫਿਰ ਪਹਿਲਾਂ ਵੀ ਉਹ ਕੇਂਦਰ ਦੇ ਵਿੱਚ ਰਹੀਆਂ ਹੁੰਦੀਆਂ ਨੇ ਤੇ ਉਹਨਾਂ ਨੇ ਉਹੋ ਜਿਹੇ ਤਜਰਬੇ ਕੀਤੇ ਹੁੰਦੇ ਨੇ। ਜੇ ਪੰਜਾਬ ਦੇ ਕਈ ਹੱਕਾਂ ਦੇ ਉੱਤੇ ਉਸ ਤਰੀਕੇ ਨਾਲ ਸਟੈਂਡ ਨਹੀਂ ਲਿਆ ਜਾਂਦਾ ਜਿਵੇਂ ਕਾਂਗਰਸ ਕਰਦੀ ਰਹੀ ਆ, ਤੇ ਹੁਣ ਅੱਗੋਂ ਵੀ ਥੋੜਾ ਜਿਹਾ ਇਹੀ ਆ ਕਿ ਜੇ ਉਹਨਾਂ ਮੁੱਦਿਆਂ ਦੇ ਉੱਤੇ ਸਟੈਂਡ ਕੇਂਦਰੀ ਲੀਡਰਸ਼ਿਪ ਨੇ ਕੀਤਾ ਹੁੰਦਾ ਤੇ ਅੱਜ ਨਵਜੋਤ ਸਿੰਘ ਸਿੱਧੂ ਖੂੰਜੇ ਨਾ ਲੱਗੇ ਹੁੰਦੇ। ਮੈਂ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਦਾ ਤੁਸੀਂ ਜੋ ਸੈਂਟਰ ਨਾਲ ਕੀਤਾ ਉਹ ਤਾਂ ਛੱਡੋ, ਪੰਜਾਬ ਦੇ ਵਿੱਚ ਉਹਨਾਂ ਦੀ ਆਪਣੀ ਪਾਰਟੀ ਤਾਂ ਬਾਕੀ ਸਾਰੀਆਂ ਪਾਰਟੀਆਂ ਨੂੰ ਉਹਨਾਂ ਦੀ ਜਿਹੜੀ ਗੱਲ ਵਾ, ਉਹਨਾਂ ਦਾ ਜਿਹੜਾ ਬਿਆਨ ਵਾ, ਵਿਚਾਰ ਵਾ, ਉਹ ਹਜਮ ਨਹੀਂ ਹੁੰਦੇ। ਉਹ ਸਾਰੇ ਰਲ ਕੇ ਉਹਦਾ ਵਿਰੋਧ ਕਰਦੇ ਆ। ਕਿਤੇ ਇਹ ਨਾ ਵਿਚਾਰ ਜਾਵੇ, ਕਿਤੇ ਵਿਧਾਨ ਸਭਾ ਚ ਆ ਕੇ ਬੈਠਣਾ ਜਾਵੇ, ਕਿਉਂਕਿ ਉਹਦੇ ਚ ਜਵਾਨ ਦਾ ਕੌੜਾ ਹੋ ਸਕਦਾ, ਕਈ ਵਾਰੀ ਨਹੀਂ। ਲੋਕਾਂ ਨੇ ਉਹਦੇ ਤੇ ਔਜਲਾ ਸਾਹਿਬ ਨੂੰ ਵੀ ਕਿਹਾ, ਉਹਨਾਂ ਦੇ ਆਪਣੇ MP ਨੇ ਕਿਹਾ, ਹੋਰ ਬੰਦੇ ਨੇ ਵੀ ਕਿਹਾ, ਉਹ ਉਹਨੇ ਕੀਤਾ ਵੀ ਹੈਗਾ, ਕਿਉਂਕਿ ਹਜੇ ਉਹਨੂੰ ਇਦਾਂ ਤਾਂ ਰਿਹਾ ਮਤਲਬ ਬਾਰ-ਬਾਰ ਸਾਡੇ ਕੋਲ ਵੀਡੀਓ ਦੇਖਣ ਨੂੰ ਮਿਲੀਆਂ। ਜੇ ਮਨਮੋਹਨ ਸਿੰਘ ਦੀ ਤਾਰੀਫ ਕੀਤੀ ਤਾਂ ਤਾਰੀਫੇ ਕਰ ਦਿੱਤੀ ਆ, ਜੇ ਸੋਨੀਆ ਗਾਂਧੀ ਦੀ ਤਾਰੀਫ ਕੀਤੀ ਤਾਂ ਤਾਰੀਫੇ ਕਰ ਦਿੱਤੀ ਆ, ਜੇ ਉਹਦੇ ਵਿਰੁੱਧ ਹੋਇਆ ਤਾਂ ਵਿਰੁੱਧ ਹੋ ਗਿਆ। ਮੋਦੀ ਸਾਹਿਬ ਦੀ ਤਾਰੀਫ ਕੀਤੀ ਆ, ਉਹਨਾਂ ਹੀ ਜ਼ੋਰ ਦੀ ਵਿਰੁੱਧ ਹੋਇਆ। ਇਹ ਸਾਰੀਆਂ ਖਾਮੀਆਂ ਦਿਸਣ ਆਈਆਂ, ਲੇਕਿਨ ਇੱਕ ਵਿਚਾਰ ਤਾਂ ਆਇਆ ਨਾ, ਉਹ ਪੰਜਾਬ ਦੀ ਗੱਲ ਕਰਦਾ ਹੈ, ਉਹ ਮੁੱਦਿਆਂ ਦੀ ਗੱਲ ਕਰਦਾ ਹੈ, ਜਿਹੜੀ ਹੋਰ ਕੋਈ ਨਹੀਂ ਗੱਲ ਕਰਦੇ। ਉਹ ਜਿਹੜਾ ਸਿਸਟਮ ਹੈ, ਉਹ ਜਦੋਂ ਕਹਿੰਦਾ ਕਿ ਮੈਂ ਰੇਤਾ ਤਾਂ ਨਹੀਂ ਹੋਣ ਦੇਵਾਂਗਾ, ਕਿਸੇ ਮੰਤਰੀ ਦੇ ਧੀਆ ਪੁੱਤ ਨੂੰ ਚੇਅਰਮੈਨ ਨਹੀਂ ਲੈਣ ਦੇਵਾਂਗਾ, ਤਾਂ ਉਹ ਕਿਸੇ ਦੇ ਹੱਕ ਨਹੀਂ ਉਤਰਦੀ ਗੱਲ। ਉਹਦੇ ਤੋਂ ਲੋਕ ਲੇਕਿਨ ਸਮਝਦੇ ਆ ਕਿ ਇਹ ਸਾਡੀ ਗੱਲ ਕਰਦਾ। ਲੋਕ ਸਿਆਣੇ ਆ, ਉਹਨਾਂ ਨੂੰ ਪਤਾ ਹੈ। ਜਦੋਂ ਲੋਕਾਂ ਨੂੰ ਪਤਾ ਹੁੰਦਾ ਕਿ ਆਹ ਜਿਹੜਾ ਮਲਾਹ ਹੈਗਾ ਇਹ ਸਾਡੀ ਬੇੜੀ ਲਗਾਇਆ ਪਾਰ, ਉਹਨਾਂ ਨੂੰ ਮਲਾਹ ਦੀ ਪਛਾਣ ਹੁੰਦੀ ਆ, ਉਹ ਜਾਣਦੇ ਆ। ਜੇ ਕੋਈ ਨਵਾਂ ਮਲਾਹ ਆ ਗਿਆ ਭੁਲੇਖੇ ਨਾਲ ਚੜ੍ਹ ਜਾਣ ਬੇੜੀ 'ਚ, ਗੱਲ ਵੱਖਰੀ ਆ, ਲੇਕਿਨ ਉਹ ਬੜੇ ਸੋਚ ਸਮਝ ਕੇ ਸਾਰਾ ਕੰਮ ਕੀਤਾ ਜਾਂਦਾ ਸਮਝਦੇ ਆ। ਉਹਦੇ ਇਸ਼ੂ ਰੇਜ਼ ਕੀਤੇ ਆ ਪੰਜਾਬ ਦੇ, ਉਹਨੇ ਕਿਹਾ ਮੈਂ ਕਰਾਂਗਾ, ਬੜੀ ਹਿੰਮਤ ਰੱਖੀ ਆ। ਲੇਕਿਨ ਉਹਦੀ ਸਿਆਣਪ ਇਹਦੇ 'ਚ ਹੋਏਗੀ ਜੇ ਉਹ ਠਰੰਮੇ ਦੇ ਨਾਲ, ਸਹਿਜ ਪੱਕੇ ਸੋ ਮਿੱਠਾ ਹੋਵੇ, ਸਹਿਜ ਦੇ ਨਾਲ, ਠਰੰਮੇ ਦੇ ਨਾਲ ਇੱਕ ਵਿਚਾਰ ਰੱਖ ਕੇ ਜੇ ਉਹ ਹੌਲੀ ਹੌਲੀ ਲੋਕਾਂ ਤੇ ਵਿਚਰੇ ਤਾਂ ਸਾਰਾ ਪੰਜਾਬ ਉਹਦੇ ਨਾਲ ਤੁਰ ਸਕਦਾ ਹੈ। ਉਹ ਨਾਲ ਦੇ ਨਾਲ ਆ ਜਾਏਗਾ, ਉਹਦੇ 'ਚ ਹਿੰਮਤ ਹੈ, ਉਹ ਸਾਰੀਆਂ ਚੀਜ਼ਾਂ ਕਰ ਦੇਵੇਗਾ। ਲੇਕਿਨ ਉਹਨਾਂ ਲੋਕਾਂ ਨੂੰ ਉਹਦੇ ਮੁੱਦੇ ਜੇ ਰੇਜ਼ ਕਰਦਾ, ਇਸ਼ਾਰੇ ਕਰਦਾ, ਉਹਦੇ ਤੇ ਚੰਗੇ ਬਹੁਤ ਲੱਗਦੇ ਆ। ਲੇਕਿਨ ਜਿਹੜਾ ਅੰਜਾਮ ਦੇਣਾ ਉਹਨੇ ਕਿਵੇਂ ਦੇਵੇਗਾ, ਇਕੱਲਾ ਦੇਵੇਗਾ, ਲੋਕਾਂ ਨੂੰ ਫਿਰ ਮੁਸ਼ਕਿਲ ਲੱਗਦੀ ਹੈਗੀ, ਕਿਉਂਕਿ ਲੋਕਾਂ ਦੇ ਵਿੱਚ ਇਹ ਹੁੰਦਾ ਕਿ ਨਹੀਂ ਬਈ ਐਸੀ ਗੱਲ ਨਹੀਂ ਹੈਗੀ। ਅਦਰਵਾਈਜ਼ ਉਹਨੂੰ ਲੋਕੀ ਸੁਣ ਨਾ ਜਾਣ। ਉਹਨੇ ਇੱਕ ਵਿਚਾਰ ਰਿਹਾ ਹੈਗਾ ਪੰਜਾਬ ਦੇ ਵਿੱਚ ਅਲਟੀਮੇਟਲੀ ਜੋ ਇਸ਼ੂਜ਼ ਨੇ ਉਹਨਾਂ ਦੀ ਗੱਲ ਕਰਨ ਵਾਲਾ ਹੀ ਲੋਕਾਂ ਨੂੰ ਮਕਬੂਲ ਹੋਏਗਾ, ਅਦਰਵਾਈਜ਼ ਨਹੀਂ ਬਣੇਗਾ। ਲੇਕਿਨ ਸਿਆਸਤ ਐਸੀ ਚੀਜ਼ ਹੈ ਕਿ ਸਿਆਸਤ ਹੁਣ ਇੱਕ ਤਰ੍ਹਾਂ ਦੇ ਨਾਲ ਇੱਕ ਬਿਜ਼ਨਸ ਦੀ ਤਰ੍ਹਾਂ ਚਲਾਈ ਜਾਂਦੀ ਹੈ। ਇਹਦੇ 'ਚ ਜਿੱਦਾਂ ਤੁਸੀਂ ਦੇਖਿਆ ਹੋਣਾ ਡੋਮੀਨੋ ਵਾਲੇ ਜਾਂ ਉਹ ਸਬਵੇ ਵਾਲੇ ਜਾਂ ਹੋਰ, ਉਹਨਾਂ ਦੇ ਗਾਹ ਆਪਣੇ ਬੰਦੇ ਰੱਖੇ ਹੋਏ ਨੇ, ਉਹ ਸਮਾਨ ਦੇ ਕੇ ਨਾਲ ਫੋਨ ਫੜਾਏ ਹੋਏ ਨੇ, ਉਹ ਸਕੂਟਰੀਆਂ ਦਿੱਤੀਆਂ ਹੋਈਆਂ, ਤੁਸੀਂ ਗੱਲ ਕਰੋ ਉਸੇ ਮਿੰਟ 'ਚ ਪੈਕ ਕਰਕੇ ਤੁਹਾਡੇ ਘਰ ਪਹੁੰਚਾ ਦਿੰਦੇ, ਉਹਨਾਂ ਨੇ ਦੇ ਦੇਣਾ, ਕਿਸੇ ਤਰੀਕੇ ਨਾਲ ਪਹੁੰਚਾਉਣਾ, ਚਾਹੇ ਉਹ ਕਿੱਦਾਂ ਦੀ ਵੀ ਆ ਸਿਸਟਮ ਹੈਗਾ। ਉਹਦਾ ਜਿਹੜਾ ਨਾਲੇ ਭੇਜ ਦਿੰਦੇ, ਤੁਸੀਂ ਦੱਸ ਦਿਓ ਇਹ ਖਾਣਾ ਕਿੱਦਾਂ ਲੱਗਿਆ, ਚੰਗਾ ਹੈ ਜਾਂ ਨਹੀਂ ਹੈ, ਕੁਛ ਤਾਂ ਲਿਖਣਾ ਪਊਗਾ ਨਾ। ਉਹ ਫਿਰ ਕਹੋਗੇ ਇੰਨੀਆਂ ਸਾਡੇ ਉਹ ਕਲਿੱਕ ਹੋ ਗਈਆਂ। ਬਿਜ਼ਨਸ ਜਿਹੜੇ ਇਹ ਬਣਿਆ, ਇਹ ਵੀ ਬਣ ਗਿਆ। 24 ਘੰਟੇ ਤੁਸੀਂ ਆਪਣਾ ਸੀੜੀਆਂ ਬਣਾਈਆਂ ਪਈਆਂ, ਉਹ ਨਵੀਆਂ ਚੀਜ਼ਾਂ ਦਿਖਾ ਕੇ ਆਪਣੇ ਬਾਰੇ। ਲੇਕਿਨ ਉਹ ਸਾਰਾ ਕੁਝ ਜਿਹੜਾ ਹੈਗਾ ਇਹ ਕਿਸ ਕੋਸਟ ਤੇ ਹੋ ਰਿਹਾ? ਇਹ ਮੁੱਦਿਆਂ ਦੀ ਕੋਸਟ ਤੇ ਹੋ ਰਿਹਾ। ਤੁਸੀਂ ਕੋਈ ਨਾ ਐਡਵਰਟਾਈਜ਼ਮੈਂਟ ਕਰੋ, ਤੁਸੀਂ ਕੋਈ ਨਾ ਐਡਾ ਵੱਡਾ ਮੀਡੀਆ ਲਵੋ, ਤੁਸੀਂ ਪੰਜਾਬ ਦੇ ਮੁੱਦੇ ਉਠਾਓ, ਲੋਕੀ ਤੁਹਾਡੀ ਗੱਲ ਸੁਣੋਗੇ। ਤੁਸੀਂ ਮੁੱਦਿਆਂ ਨੂੰ ਲੁਕਾਉਣ ਲਈ ਇੰਨਾ ਕੁਝ ਕਰਦੇ ਆ, ਇੰਨੀਆਂ ਕਰੋੜਾਂ ਦੀ ਐਡਵਰਟਾਈਜ਼ਮੈਂਟ ਕਰਦੇ ਆ, ਸਾਰੀਆਂ ਜਿੰਨੇ ਵੀ ਲੱਗੇ ਹੁੰਦੇ ਆ
ਆਪਣੇ ਆਪਣੇ ਪੋਲ ਲੱਗੇ ਹੁੰਦੇ, ਬਿਜਲੀ ਦੇ ਖੰਭੇ ਹੁੰਦੇ ਆ, ਸਾਰੇ ਭਰ ਦਿੰਦੇ ਆ ਵੱਡੇ ਵੱਡੇ ਲਗਾ ਕੇ ਇੱਧਰ ਉੱਧਰ, ਕਿਉਂਕਿ ਤੁਸੀਂ ਕਰਨਾ ਗੱਡੀਆਂ ਆਉਂਦੀਆਂ, ਗੱਡੀਆਂ ਐਲਬਮ, ਉਹ ਤੁਹਾਡੀਆਂ ਐਂਬੂਲੈਂਸ ਆ ਗਈਆਂ, ਉਹ ਖੜੀਆਂ ਰੱਖ ਦਿੰਦੇ ਆ, ਉੱਥੇ ਪੈਸਾ ਲੱਗਦਾ। ਅਖਬਾਰਾਂ 'ਚ ਤੁਸੀਂ ਬੇਸ਼ੁਮਾਰ ਦਿੰਦੇ ਆ ਐਡਵਰਟਾਈਜ਼ਮੈਂਟ, 2-2 ਕਰੋੜ 3-3 ਕਰੋੜ ਅਖਬਾਰਾਂ ਦੇ ਖਰਚ ਆਉਂਦੇ ਆ। ਇੱਕ ਅਖਬਾਰ ਦੀ 15-15 ਅਖਬਾਰਾਂ 'ਚ ਦਿੱਤਾ ਜਾਂਦਾ, ਸਾਰੇ ਪਾਸੇ ਚੀਜ਼ਾਂ ਇੱਧਰ ਫਾਲਤੂ। ਉਹ ਇੰਨਾ ਪੈਸਾ ਜਿਹੜਾ ਲੱਗਦਾ, ਉਹ ਕਾਹਦੇ ਵਾਸਤੇ ਲੱਗਦਾ? ਤੁਸੀਂ ਲੋਕਾਂ ਤੇ ਕੀ ਗੱਲ ਪਹੁੰਚਾਉਣੀ ਆ? ਕੋਈ ਗੱਲ ਨਹੀਂ ਪਹੁੰਚਾਉਣੀ। ਇਹ ਪਹੁੰਚਾਉਣੀ ਹੈ, ਸਾਨੂੰ ਵੋਟ ਪਾ ਦਿਓ, ਅਸੀਂ ਤੁਹਾਡਾ ਬੜਾ ਭਲਾ ਕਰਾਂਗੇ। ਉਹ ਲੋਕੀ ਵੀ ਸੁਣਦੇ ਨੇ ਨਾ, ਉਹ ਦੇਖਦੇ ਆ ਉਹਨਾਂ ਐਡਵਰਟਾਈਜ਼ਮੈਂਟਾਂ ਉੱਤੇ, ਉਹ ਅੰਦਰ ਅੰਦਰ ਹੀ ਖੁਸ਼ ਹੁੰਦੇ ਰਹਿੰਦੇ ਆ ਕਿ ਬਹੁਤ ਐਡਵਰਟਾਈਜ਼ਮੈਂਟ ਹੋ ਗਈ ਆ, ਬੜਾ ਤਕੜਾ ਹੋ ਗਿਆ, ਇਹ ਖਰਚਾ ਬੜਾ ਹੁੰਦਾ ਇਲੈਕਸ਼ਨ ਤੇ। ਬਈ ਤੁਸੀਂ ਇਲੈਕਸ਼ਨ ਤੇ ਖਰਚਾ ਕਰਨ ਦੇ ਲਈ ਤੁਸੀਂ ਜਿਹੜੇ ਇਲੈਕਸ਼ਨ ਦੇ ਮੁੱਦੇ ਆ, ਉਹਦੀਆਂ ਮੱਦਾਂ ਨੇ, ਉਹਨੂੰ ਲੈ ਕੇ ਗੱਲ ਕਰੋ ਤੇ ਹੋ ਜਾਵੇਗਾ। ਲੇਕਿਨ ਉਹਦੇ 'ਚ ਬੜੀ ਅਜੀਬ ਗੱਲ ਹੁੰਦੀ ਆ ਕਿ ਤੁਸੀਂ ਇਹ ਸਿਸਟਮ 'ਚ ਕਿਵੇਂ ਚੱਲਣਾ। ਫਿਰ ਕੁਝ ਬੰਦੇ ਕਹਿੰਦੇ ਜੀ ਸਿਸਟਮ ਬਣ ਗਿਆ ਏਦਾਂ ਦਾ, ਉਹਦੇ ਬਿਨਾਂ ਤੁਸੀਂ ਕੁਝ ਕਰ ਨਹੀਂ ਸਕਦੇ ਹੈਗੇ। ਲੇਕਿਨ ਕਿਤੇ ਨਾ ਕਿਤੇ ਤੇ ਅਸੀਂ ਦੇਖਦੇ ਆ, ਜਦੋਂ ਕੋਈ ਨਵਾਂ ਬਦਲ ਆਉਂਦਾ ਹੈ, ਉਹਦੇ 'ਚ ਚੇਂਜ ਹੁੰਦੀ ਹੈਗੀ ਹੈ, ਉਹ ਬਦਲ 'ਚ ਗੱਲਬਾਤ ਬਣਦੀ ਹੈਗੀ ਹੈ। ਐਸਾ ਬਿਲਕੁਲ ਨਹੀਂ ਹੈਗਾ। ਅਗਰ ਪੰਜਾਬ ਦੇ ਵਿੱਚੋਂ ਇਹ ਮੋਰਚਾ ਉੱਠ ਕੇ ਹਰਿਆਣੇ ਦੇ ਛੋਟੇ ਭਾਈ ਦੇ ਨਾਲ ਰਲ ਕੇ, ਯੂਪੀ ਦੇ ਬ੍ਰਦਰਾਂ ਨਾਲ, ਉੱਥੇ ਦੇ ਭਾਈਜਾਨਾਂ ਨਾਲ ਮਿਲ ਕੇ ਲੱਗਾ ਤਿੰਨਾਂ ਬਾਰਡਰਾਂ ਦੇ ਉੱਤੇ, ਬਿਨਾਂ ਮੀਡੀਆ ਨੂੰ ਉੱਥੇ ਆਉਣ ਦਿੱਤਾ, ਤਾਂ ਪੂਰੀ ਦੁਨੀਆ 'ਚ ਛਾ ਗਿਆ। ਤਾਂ ਦੱਸੋ ਕਿਹੜਾ ਮੀਡੀਆ ਜਿਸਦਾ ਜਿਹੜਾ ਪੂਰੇ ਵਿਸ਼ਵ 'ਚ ਲੈ ਗਿਆ ਇਹਨੂੰ? ਕਿਵੇਂ ਚੱਲਿਆ? ਕਿਉਂਕਿ ਇੱਕ ਸੱਚਾਈ ਸੀ, ਇੱਕ ਸੱਚ ਸੀਗਾ। ਕਿੰਨਾ ਭਾਰਤ ਦੀਆਂ ਖਬਰਾਂ ਆਉਂਦੀਆਂ, ਕਿੰਨੀਆਂ ਭਾਰਤ ਦੀਆਂ ਇਸ਼ੂਜ਼ ਦੇ, ਜਿਹਦੇ ਤੇ ਅਮਰੀਕਾ ਦੇ ਜਿਹੜੇ ਬਹੁਤ ਵੱਡੇ ਬੁੱਧਜੀਵੀ ਨੇ, ਬੜੇ ਸਿਆਣੇ ਨੇ, ਨੋਮ ਚੋਮਸਕੀ ਬਾਰੇ ਉਹ ਕਮੈਂਟ ਕਰਦੇ ਆ, ਵੱਡੇ ਵੱਡੇ ਪੌਪ ਸਿੰਗਰ ਨੇ ਕਮੈਂਟ ਕੀਤੇ, ਵੱਡੇ ਵੱਡੇ ਐਨਵਾਇਰਨਮੈਂਟਲਿਸਟ ਨੇ ਕਮੈਂਟ ਕੀਤੇ, ਸਾਡੇ ਕੋਲ ਰਾਸ਼ਟਰਪਤੀ ਉਪ ਰਾਸ਼ਟਰਪਤੀ ਦੀ ਭਤੀਜੀ ਨੇ ਕਮੈਂਟ ਕੀਤੇ। ਇੰਨਾ ਕੁਝ ਹੋਇਆ, ਕਿੱਦਾਂ ਹੋ ਗਿਆ? ਕਿਉਂਕਿ ਇੱਕ ਇਸ਼ੂ ਸੀਗਾ, ਇੱਕ ਮੁੱਦਾ ਸੀ, ਉਹ ਬਣਿਆ ਸੀਗਾ। ਹੁਣ ਬਾਰ-ਬਾਰ ਅਸੀਂ ਇਸ ਗੱਲ ਤੇ ਆ ਰਹੇ ਹਾਂ ਕਿ ਜਦੋਂ ਨਵੀਂ ਸਰਕਾਰ 10 ਤਰੀਕ ਤੋਂ ਬਾਅਦ ਬਣਨੀ ਆ, ਹੁਣ ਇਸ ਸਰਕਾਰ ਵਾਸਤੇ ਦੋ ਵੱਡੀਆਂ ਚੁਣੌਤੀਆਂ ਹੋਣੀਆਂ। ਇੱਕ ਤਾਂ ਉਹ ਚੁਣੌਤੀਆਂ ਜਿਹੜੇ ਸਾਰੇ ਵਾਅਦੇ ਕਰਕੇ ਆਏ ਆ, ਜਾਂ ਜਿਹਨਾਂ ਨੇ ਸਰਕਾਰ 'ਚ ਨਹੀਂ ਸੀਗੇ, ਉਹਨਾਂ ਨੇ ਕਿਹਾ ਅਸੀਂ ਆਹ ਕੁਝ ਕਰਾਂਗੇ, ਅਸੀਂ ਏਦਾਂ ਕਰਾਂਗੇ, ਉਹਨਾਂ ਨੂੰ ਪੂਰਾ ਕਰਨ ਵਾਸਤੇ ਕਿਸੇ ਤਰੀਕੇ ਨਾਲ ਪੈਸੇ ਦਾ ਇੰਤਜ਼ਾਮ ਕਰਨਾ। ਤੇ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਆ। ਤੇ ਦੂਸਰਾ ਫਿਰ ਲੋਕਾਂ ਦੇ ਨਾਲ ਇਹ ਵੀ ਕਿਹਾ ਕਿ ਕਿੰਨੇ ਲੱਖ ਨੌਕਰੀਆਂ, ਘਰ ਘਰ ਨੌਕਰੀਆਂ, ਉਹ ਸਾਰਾ ਕਿੱਥੋਂ ਸਿਸਟਮ ਬਣਨਾ? ਫਿਰ ਤੁਸੀਂ ਨਾਲ ਇਹ ਕਹਿਣਾ ਕਿ ਇਹ ਤਾਂ ਹੋ ਗਿਆ, ਤੇ 2024 'ਚ 2 ਸਾਲਾਂ ਬਾਅਦ ਇੱਕ ਹੋਰ ਇਲੈਕਸ਼ਨ ਸਿਰ ਤੇ ਖੜੀ ਆ। 2024 'ਚ ਜਿਹੜੀ ਪੰਜਾਬ ਦੀਆਂ 13 ਸੀਟਾਂ ਆ, ਉਹਦੀ ਇਲੈਕਸ਼ਨ ਫਿਰ ਖੜੀ ਆ, ਉਹਦੇ ਬਾਰੇ ਫਿਰ ਵਿਚਾਰ ਤੁਸੀਂ ਕਰਨਾ। ਇਹ ਬਹੁਤ ਵੱਡਾ, ਮੈਂ ਤਾਂ ਕਹਿੰਦਾ, ਅੱਜ ਮੈਂ ਕਿਤੇ ਡਿਬੇਟ ਤੇ ਸੀਗਾ, ਉਹਦੇ 'ਚ ਉਹ ਗੱਲ ਚੱਲ ਪਈ ਵੀ ਕਿਹੜਾ ਬੰਦਾ ਹੈ, ਇਹ ਕੁਰਸੀ ਜਿਹੜੀ ਆ ਕਿੱਲਾ ਵਾਲੀ ਕੁਰਸੀ ਆ, ਤੇ ਇਹਦੇ 'ਤੇ ਕੌਣ ਬਹਿਣ ਨੂੰ ਤਿਆਰ ਹੋਏਗਾ? ਅਸੀਂ ਕਿਹਾ ਵੀ ਇਹ ਮਤ ਸੋਚੋ, ਸਾਰੇ ਤੇ ਤਿਆਰ ਵਾ, ਉਹ ਪਰਵਾਹ ਨਹੀਂ ਕਰਦੇ। ਕੁਰਸੀ ਚਾਹੀਦੀ ਕਿਸ ਤਰੀਕੇ ਨਾਲ, ਕਿਉਂਕਿ ਉਹਨਾਂ ਦਾ ਇੱਕ ਜਿਹੜੀ ਕੁਰਸੀ ਹੁੰਦੀ ਆ, ਕੁਰਸੀ ਕੀ ਚੀਜ਼ ਆ? ਕੁਰਸੀ ਹੁੰਦੀ ਆ ਸਮਾਜ ਦੇ ਪ੍ਰਤੀ ਵਫਾਦਾਰੀ ਦਾ ਚਿੰਨ੍ਹ। ਬਿਲਕੁਲ। ਕੁਰਸੀ ਹੁੰਦੀ ਆ ਸਮਾਜ ਦੇ ਪ੍ਰਤੀ ਵਫਾਦਾਰੀ ਦਾ ਚਿੰਨ੍ਹ। ਉਹ ਕੁਰਸੀ ਨੂੰ ਸਲਾਮ ਹੁੰਦਾ, ਬੰਦੇ ਨੂੰ ਸਲਾਮ ਨਹੀਂ ਹੁੰਦਾ। ਜਿੱਦਾਂ ਤੁਸੀਂ ਦੇਖਿਆ ਹੋਣਾ ਮਹਾਰਾਜਾ ਰਣਜੀਤ ਸਿੰਘ ਦੀ ਉਹ ਸੋਨੇ ਰੰਗੀ ਦੀ ਉਸ ਵੇਲੇ ਦੀ ਕੁਰਸੀ, ਹਜੇ ਵੀ ਕਿਤੇ ਦਿਖਾਈ ਜਾਵੇ ਤਾਂ ਲੋਕੀ ਕਹਿੰਦੇ ਆ ਇਹ ਤਖਤ ਮਹਾਰਾਜਾ ਰਣਜੀਤ ਸਿੰਘ ਦਾ ਸੀ, ਕਿਉਂਕਿ ਇਨਸਾਫ ਦਾ ਤਖਤ ਸੀ, ਉਹ ਬਰਾਬਰਤਾ ਦਾ ਤਖਤ ਸੀ, ਉਹ ਕਮਿਊਨਿਜ਼ਮ ਤੋਂ ਹਟ ਕੇ ਤਖਤ ਸੀ, ਉਹ ਕਿਸੇ ਜਾਤ ਬਰਾਦਰੀ ਨੂੰ ਨਹੀਂ, ਉਹ ਲੋੜਾਂ ਪੂਰੀਆਂ ਕਰਨ ਵਾਲਾ ਤਖਤ ਸੀਗਾ। ਹੁਣ ਲੋਕੀ ਦੇਖਦੇ ਨੇ, ਜਦੋਂ ਕਿਤੇ ਮੂਵੀਆਂ 'ਚ ਆਉਂਦਾ ਲੋਕੀ ਦੇਖਦੇ ਨੇ, ਸੀਗੇ ਨਾ, ਉਹ ਕੁਰਸੀ ਆ। ਇਹ ਕੁਰਸੀ ਕਿਹੜੀ ਹੈਗੀ ਆ? ਇਹ ਕੁਰਸੀ ਦੀਆਂ ਲੱਤਾਂ ਫੜ ਕੇ ਖਿੱਚਦੇ ਇੱਕ ਦੂਜੇ ਵੱਲ ਨੂੰ, ਕੁਰਸੀ ਦੀ ਲੱਤਾਂ ਨਹੀਂ ਖਿੱਚਦੇ। ਬੜੇ ਧਿਆਨ ਨਾਲ ਸੁਣ ਲਓ, ਇਹ ਤੁਸੀਂ ਸਮਾਜ ਦੀਆਂ ਲੱਤਾਂ ਖਿੱਚਦੇ ਆ, ਇਹ ਤੁਸੀਂ ਸਮਾਜ ਨੂੰ ਖਿੱਚੋ ਤੁਸੀਂ ਕਰਕੇ ਉਹਨਾਂ ਨੂੰ ਤਕਲੀਫ ਦੇ ਰਹੇ ਹੋ। ਤੁਸੀਂ ਇਸ ਕੁਰਸੀ ਨੂੰ ਇੱਜ਼ਤ ਬਖਸ਼ੋ। ਜੇ ਤੁਸੀਂ ਕੁਰਸੀ ਤੇ ਬਹਿਣ ਵਾਲੇ ਬਣੋ, ਜੇ ਬਣ ਗਏ ਆ, ਤੁਹਾਨੂੰ ਵਾਹਿਗੁਰੂ ਨੇ ਉਹਦੀ, ਤੁਸੀਂ ਅਦਬ ਨਾਲ ਬਹਿੰਦੇ ਆ, ਉਹਦੀ ਕਦਰ ਕਰੋ। ਇਹ ਕਦਰ ਲੋਕਾਂ ਦੀ ਹੈ, ਇਹ ਕੁਰਸੀ ਉਹ ਹੈ, ਇਹ ਲੋਕ ਤੁਹਾਨੂੰ ਆਪਣੇ ਕੰਧਿਆਂ ਤੇ ਬਿਠਾ ਰਹੇ ਆ, ਤਾਂ ਤੁਸੀਂ ਉਹਨਾਂ ਦੇ ਕੰਧਿਆਂ ਤੇ ਬੈਠ ਕੇ ਵੀ ਉਹਨਾਂ ਦੀਆਂ ਬੁੱਝੀਆਂ ਤੇ ਹੱਥ ਪਾ ਰਹੇ ਹੋ। ਇਸ ਕਰਕੇ ਸਾਨੂੰ ਬੜਾ ਧਿਆਨ ਨਾਲ ਦੇਖਣਾ ਪਊਗਾ ਇਹ ਸਿਸਟਮ ਨੂੰ ਕਿਵੇਂ ਬਣਾਉਣਾ, ਕਿਉਂਕਿ ਇਹ ਲੋਕਤੰਤਰ ਦਾ ਸਿਸਟਮ ਬੜੀ ਮੁਸ਼ਕਿਲ ਮਿਲਿਆ। ਹਜ਼ਾਰਾਂ ਲੋਕਾਂ ਨੇ ਫਾਂਸੀਆਂ ਦੇ, ਕਹਿੰਦੇ ਜ਼ਿੰਦਗੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ। ਕਰਤਾਰ ਸਿੰਘ ਸਾਹਿਬ ਨੇ, ਮੈਂ ਕਈ ਵਾਰੀ ਗੱਲ ਕਰਦਾ ਹੁੰਦਾ, ਭਾਈ ਸੰਤੋਖ ਸਿੰਘ, ਨਿਹੇਦਰ ਸਾਹਿਬ, ਸੁਣ ਸਿੰਘ ਭਕਨਾ ਸਾਹਿਬ, ਇਹ ਸਾਰੇ ਜਾਣੇ, ਬਾਬਾ ਬਿਲਗਾ ਜੀ, ਜਵਾਲਾ ਸਿੰਘ ਠੱਠੀਆਂ ਜੀ, ਇਹ ਸਾਰੇ ਬੰਦੇ ਨੇ
ਕਿੰਨਾ ਕੁਛ ਕੀਤਾ, ਕਿੰਨੀਆਂ ਤਕਲੀਫਾਂ ਸਹੀਆਂ, ਕਿੰਨੀਆਂ ਕੁੱਟਮਾਰਾਂ, ਉਹ ਭੱਜ ਤੇ ਆਏ ਉੱਥੋਂ, ਕਾਮਾਗਾਟੂ ਮਾਰੂ ਚ ਫਸੇ ਰਹੇ, ਉੱਥੇ ਆ ਕੇ ਗੋਲੀਆਂ ਚਲਾ ਕੇ ਮਾਰ ਦਿੱਤੇ, ਅੰਡੇਮਾਨ ਨਿਕੋਬਾਰ ਤੇ ਭੇਜ ਦਿੱਤੇ, ਨੰਗਿਆ ਕਰਕੇ ਸੀਟ ਉੱਤੇ ਬਰਫਾਂ ਵਿਛਾ ਦਿੱਤੀਆਂ, ਖੜੇ ਕੀਤੇ ਸਾਰੇ ਸਾਰੇ ਤਤਕਾਲ ਕੋਠੜੀਆਂ ਚ ਵਿੱਚ, ਦੁੱਖਾਂ ਤੇ ਤਰੀਖਾਂ ਦੇ ਨਾਲ ਇਹ ਦੇਸ਼ ਨੂੰ ਆਜ਼ਾਦ ਕਰਵਾਇਆ ਸੀ। ਕਿਤੇ ਉਹਨਾਂ ਦੀ ਯਾਦ ਕਰ ਲਿਆ ਕਰੋ, ਉਹਨਾਂ ਦੇ ਪ੍ਰਤੀ ਥੋੜੀ ਬਹੁਤੀ ਆਪਣੀ ਅੱਖ ਪੱਟ ਲਿਆ ਕਰੋ, ਤਾਂ ਜਾ ਕੇ ਕਿੱਥੇ ਆਨੰਦ ਮਾਣਦੇ ਆ। ਅਸੀਂ ਜੋ ਕੁਝ ਵੀ ਅੱਜ ਸੁਖਵਿੰਦਰ, ਤੂੰ, ਮੈਂ ਇੱਥੇ ਬੈਠੇ ਆ, ਅਸੀਂ ਉਹਨਾਂ ਆਜ਼ਾਦੀ ਘੁਲਾਟੀਆਂ ਦੀ, ਕੁਰਬਾਨੀਆਂ ਦੀ ਅਸੀਂ ਸ਼ਾਇਦ ਥੱਲੇ ਬੈਠੇ ਹੋਏ ਆ। ਸਾਨੂੰ ਉਹ ਜ਼ਿੰਮੇਵਾਰੀ ਦੇ ਕੇ ਗਏ ਆ। ਅਸੀਂ ਕੀ ਕਰਦੇ ਆ? ਅਸੀਂ ਸੋਚਦੇ ਆ ਵੀ ਭਗਤ ਸਿੰਘ, ਸ਼ਹੀਦ ਭਗਤ ਸਿੰਘ ਹੋਵੇ, ਗੁਆਂਢੀਆਂ ਦੇ ਘਰ ਹੋਵੇ, ਸਾਡੇ ਘਰ ਨਾ ਹੋਵੇ। ਇਸ ਕਰਕੇ ਸਾਨੂੰ ਇਹ ਚੀਜ਼ਾਂ ਨਾਲ ਬਹੁਤ ਤਰੀਕੇ ਨਾਲ ਰਾਜਨੀਤੀ ਜਿਹੜੀ ਹੈਗੀ ਆ, ਉਹਦੇ 'ਚ ਸਾਨੂੰ ਰਸ ਪਾਉਣਾ ਚਾਹੀਦਾ। ਅਸੀਂ ਰਾਜਨੀਤੀ ਨੂੰ ਵਿਸ਼ ਨਾਲ ਬਰਾਬਰ ਬਣਾਤਾ ਹੈ, ਇਹ ਬੜੀ ਮਾੜੀ ਗੱਲ ਹੈ। ਸਾਡੀ ਰਾਜਨੀਤੀ ਮਕਿਆਵਲੀ ਵਾਲੀ ਰਾਜਨੀਤੀ ਨਹੀਂ, ਜਿਹੜਾ ਇਟਲੀ ਦੇ ਵਿੱਚ ਬੜਾ ਸਿਆਸਤਦਾਨ ਸੀਗਾ। ਸਾਡੀ ਰਾਜਨੀਤੀ ਬਾਬੇ ਨਾਨਕ ਵਾਲੀ ਆ। ਬਾਬੇ ਨਾਨਕ ਦਾ ਤੇ ਮਕਿਆਵਲੀ ਦਾ ਸਮੇਂ ਇੱਕੋ ਹੀ ਆ। 1527, 28, 29, 39 ਤੱਕ ਉਹਨੇ ਵੀ ਕਿਤਾਬ ਲਿਖੀ ਆ। ਸਾਡੇ ਬਾਬੇ ਨੇ ਸਾਨੂੰ ਜਪਜੀ ਸਾਹਿਬ ਦਿੱਤਾ, ਕਿਰਤ ਦਿੱਤੀ ਆ, ਵੰਡ ਦਿੱਤੀ ਆ, ਨਾਮ ਦਿੱਤਾ ਹੈਗਾ, ਸੰਤੋਖ ਸਬਰ ਵਿਚਾਰ ਦਿੱਤਾ ਹੈਗਾ। ਅਸੀਂ ਸੰਤੋਖ ਸਬਰ ਵਿਚਾਰ ਕਰਦੇ ਹਾਂ? ਅਸੀਂ ਤਾਂ ਵਿਚਾਰ ਕਦੇ ਨਹੀਂ ਕਰਦੇ। ਸਾਡੇ ਕੋਲ ਤਾਂ ਵਿਚਾਰ ਨੂੰ ਢਾਉਣ ਵਾਸਤੇ ਸਾਧਨ ਬਣੇ ਪਏ ਆ। ਜੇ ਕੋਈ ਵਿਚਾਰ ਦਿੰਦਾ ਕਹਿੰਦੇ ਵੱਡੀਆਂ ਗੱਲਾਂ ਕਰਦਾ ਉਹ, ਇਹਨੂੰ ਘਰ ਬਹਿਣ ਦਿਓ। ਜੇ ਕੋਈ ਸੰਤੋਖ ਨਾਲ ਬਹਿੰਦਾ ਕਹਿੰਦੇ ਡਰੂ ਆ। ਜੇ ਕੋਈ ਸੱਤ ਦੀ ਗੱਲ ਕਰਦਾ ਕਹਿੰਦੇ ਕਲਯੁਗ ਆ। ਸੱਤ ਤਾਂ ਇੱਥੇ ਚੱਲ ਲੈਣਾ ਨਹੀਂ, ਇੱਥੇ ਤਾਂ ਕੂੜ ਨੇ ਭੁਲਾਉਣਾ ਹੈਗਾ। ਜਿੰਨਾ ਤਕੜਾ ਕੋਈ ਕੂੜ ਕਰਦਾ ਉਹਨੇ ਰਾਜਨੀਤੀ ਉਹ ਚਮਕਦਾ ਪਿਆ ਹੈਗਾ। ਬਈ ਬਾਣੀ ਨਹੀਂ ਝੂਠ ਹੈਗੀ, ਬਾਣੀ ਸੱਚ ਵਾ, ਇਹ ਤੁਰਕੀ ਬਾਣੀ ਹੈ। ਸੋ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਸੋ ਮੇਰੇ ਨਾਲ ਮੌਜੂਦ ਸਨ ਹੋਗੇ ਸਿਆਸੀ ਮਾਹਰ ਪ੍ਰੋਫੈਸਰ ਰੌਣਕੀ ਰਾਮ ਜੀ। ਮਸਲਿਆਂ ਨੂੰ ਸਮਝਣਾ ਇਹ ਬੜਾ ਜ਼ਰੂਰੀ ਹੋ ਜਾਂਦਾ ਹੈ। ਸਿਆਸਤ ਨੂੰ ਕਿਸ ਤਰ੍ਹਾਂ ਤੁਸੀਂ ਨੇੜਿਓਂ ਤੱਕਦੇ ਹੋ, ਬਜਾਏ ਇਸ ਦੇ ਕਿ ਤੁਸੀਂ ਸਿਰਫ ਆਪਣੇ ਜਿਹੜੇ ਸਿਆਸਤਦਾਨ ਨੇ ਉਹਨਾਂ ਅੱਗੇ ਹੱਥ ਅੱਡ ਕੇ ਬੈਠੇ ਰਹੋ ਤੇ ਉਹ ਤੁਹਾਨੂੰ ਉਹੀ 5-4 ਸਾਲਾਂ ਵਾਲਾ ਜਿਹੜਾ ਕਿਸੇ ਨਾ ਕਿਸੇ ਢੰਗ ਨਾਲ ਤੁਹਾਡੇ ਤੋਂ ਵੋਟ ਲੈਣ ਦਾ ਹਥਿਆਰ ਵਰਤ ਲੈਣ ਤੇ ਬਾਅਦ ਦੇ ਵਿੱਚ ਫਿਰ ਤੁਹਾਡੇ ਜਿਹੜੀ ਉਹ ਠੁੱਡੇ ਵੱਜਣ। ਇਹ ਤੁਹਾਨੂੰ ਸਾਨੂੰ ਸਭ ਨੂੰ ਪਤਾ ਹੈ ਕਿ ਸਰਕਾਰਾਂ ਕਰਦੀਆਂ ਕੀ ਨੇ। ਮੁੱਦਿਆਂ ਨੂੰ ਸਮਝਣਾ ਪੈਣਾ। ਪੰਜਾਬ ਦੇ ਅਸਲ ਦੇ ਵਿੱਚ ਮੁੱਦੇ ਕਿਹੜੇ ਨੇ, ਸੈਂਟਰ ਟੂ ਸਟੇਟ ਜਿਹੜੇ ਸਬਜੈਕਟ ਹੁੰਦੇ ਨੇ ਉਹ ਕੀ ਨੇ, ਬਜਾਏ ਇਸ ਦੇ ਕਿ ਤੁਸੀਂ ਆਟਾ ਦਾਲ ਸਕੀਮਾਂ ਦੇ ਵਿੱਚ ਰੁਲਦੇ ਰਹੋ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।